ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਜੀ ਦੀ ਜੁੜ ਬੈਠੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਜੀ ਬਹੁਤ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਦਾ ਮਾਰਗਦਰਸ਼ਨ ਇੱਕ ਸਭਾ ਕਰ ਰਹੀ ਹੈ। ਉਹ ਸਭਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਦੇ ਰੂਪ ਵਿੱਚ ਬੈਠੀ ਹੈ। ਅਤੇ ਆਪਾਂ ਜਦੋਂ ਪੁੱਛਦੇ ਹਾਂ, ਉਹ ਸਭਾ ਦੇ ਵਿੱਚ ਜਿਹੜੇ ਮੈਂਬਰ ਸਾਹਿਬਾਨ ਬੈਠੇ ਨੇ, ਆਪਾਂ ਉਹਨਾਂ ਨੂੰ ਪੁੱਛਦੇ ਹਾਂ, ਅਧਿਆਤਮਕ ਕੋਈ ਵੀ ਵਿਚਾਰ ਪੁੱਛਦੇ ਹਾਂ ਅਤੇ ਉਹ ਸਾਨੂੰ ਅੱਗੋਂ ਦੱਸਦੇ ਆ। ਬਹੁਤ ਵੱਡੀ ਇੱਕ ਸਭਾ ਬੈਠੀ ਹੈ। ਸਾਡੇ ਕੋਲ ਕਮੀ ਕੋਈ ਨਹੀਂ ਹੈ ਵੀ ਸਾਨੂੰ ਕੋਈ ਗਿਆਨ ਨਹੀਂ ਦੇ ਰਿਹਾ। ਗਿਆਨ ਦੇ ਰਹੇ ਨੇ ਗੁਰਬਾਣੀ ਗੁਰੂ ਦੇ ਰੂਪ ਵਿੱਚ 1430 ਅੰਗ ਦੇ ਵਿੱਚ, ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦੇ ਵਿੱਚ ਬਹੁਤ ਸਾਰਾ ਗਿਆਨ ਦਿੱਤਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਗਿਆਨ ਤੋਂ ਵਾਂਝੇ ਹਾਂ। ਸਾਡੇ ਗੁਰੂਆਂ ਨੇ ਸਾਡੇ 'ਤੇ ਬੜੀ ਮਹਾਨ ਕਿਰਪਾ ਕੀਤੀ। ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਮੁਤਾਬਕ, ਕਿਹਨਾਂ ਦੇ ਹੁਕਮ ਮੁਤਾਬਕ ਜੀ? ਅਕਾਲ ਪੁਰਖ ਜੀ ਦੇ ਹੁਕਮ ਦੇ ਮੁਤਾਬਕ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਦੇ ਲੜ ਲਾਇਆ। ਔਰ ਗੁਰਬਾਣੀ ਗੁਰੂ ਦੇ ਵਿੱਚ ਉਹ ਵੀ ਗਿਆਨ ਹੈ ਜਿਹਨੂੰ ਅਸੀਂ ਭੁੱਲ ਚੁੱਕੇ ਸੀ। ਅਤੇ ਮਹਾਰਾਜ ਕਹਿੰਦੇ ਤੈਨੂੰ ਉਹ ਭੁੱਲੇ ਨਾ ਮਾਲਕ। ਅਸੀਂ ਸਾਰੇ ਆਪਣੇ ਮੂਲ ਨੂੰ ਭੁੱਲ ਚੁੱਕੇ ਸੀ। ਉਹ ਮੂਲ ਬਾਰੇ ਗੁਰਬਾਣੀ ਦੇ ਵਿੱਚ ਭੇਜ ਦਿੱਤਾ ਗਿਆ। ਕਹਿੰਦੇ ਵੀ ਉਹ ਨਾ ਤੁਹਾਨੂੰ ਵਿਸਰ ਜਾਏ ਜਿਹਨੇ ਸਾਰਾ ਕੁਛ ਦਿੱਤਾ। ਅਤੇ ਕੀ ਕਹਿੰਦੇ ਮਹਾਰਾਜ ਗੁਰਬਾਣੀ ਵਿੱਚ? ਕਹਿੰਦੇ ਸੋ ਕਿਉਂ ਵਿਸਰੈ ਜਿਨ ਸਭ ਕੁਛ ਦਿਆ। ਦੇਖੋ, ਇੱਕ ਚੀਜ਼ ਨਹੀਂ ਦਿੱਤੀ, ਜਿਨ ਸਭ ਕੁਛ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਆਪਾਂ ਮਨ ਹਾਂ। ਸਾਡੇ ਮਨ ਨੂੰ ਪੈਦਾ ਕੀਤਾ। ਫਿਰ ਸਭ ਤੋਂ ਉੱਤਮ ਜਾਮਾ ਮਨੁੱਖ ਜਾਮਾ ਦਿੱਤਾ। ਉਸ ਤੋਂ ਅੱਗੇ ਮਨੁੱਖ ਜਾਮਾ ਦੇ ਕੇ ਦ੍ਰਿਸ਼ਮਾ ਰੂਪ ਦੇ ਵਿੱਚ ਮਾਤਾ ਪਿਤਾ ਦਿੱਤਾ, ਭੈਣ ਭਰਾ ਦਿੱਤੇ, ਹੋਰ ਵੱਡੇ ਹੋਏ ਦੋਸਤ ਮਿੱਤਰ ਦਿੱਤੇ। ਉਸ ਤੋਂ ਅੱਗੇ ਵੱਡੇ ਹੋਏ ਤਾਂ ਜੀਵਨ ਸਾਥੀ ਦਿੱਤਾ। ਇਹ ਸਾਰਾ ਕੁਛ ਸਵਾਸ ਦਿੱਤੇ, ਅੰਮ੍ਰਿਤ ਰਸ ਦਿੰਦਾ, ਨਾਮ ਅਨਹਦ ਵਾਜੇ ਸੁਣਾਉਂਦਾ। ਸਾਰਾ ਕੁਛ ਕਿਹਨੇ ਦਿੱਤਾ? ਉਸ ਮਾਲਕ ਨੇ ਦਿੱਤਾ। ਅਤੇ ਫਿਰ ਅੱਗੇ ਕੀ ਕਹਿੰਦੇ? ਸੋ ਕਿਉਂ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਅਗਨ ਮੈਂ ਰਾਖੈ। ਕਹਿੰਦੇ ਉਹ ਕਿਉਂ ਵਿਸਰ ਜਾਂਦਾ ਤੁਹਾਨੂੰ ਜਿਹੜਾ ਸਾਨੂੰ ਅੱਗ ਦੇ ਵਿੱਚ ਰੱਖਦਾ। ਅਤੇ ਅੱਗ ਦੇ ਵਿੱਚ ਸਾਨੂੰ ਕਦੋਂ ਰੱਖਿਆ ਸੀ? ਜਦੋਂ ਅਸੀਂ ਸਾਰੇ ਹੀ ਆਪੋ ਆਪਣੀ ਵਾਰੀ ਮੁਤਾਬਕ ਗਰਭ ਵਿੱਚ ਆਏ ਸੀ। ਕਿੱਥੇ ਆਏ ਸੀ ਜੀ? ਗਰਭ ਦੇ ਵਿੱਚ ਆਏ ਸੀ। ਉਸ ਗਰਭ ਦੇ ਵਿੱਚ ਜਠਰ ਅਗਨ, ਕਿਹੜੀ ਅਗਨ ਜੀ? ਜਠਰ ਅਗਨ ਦਾ ਸੇਕ ਪੈਂਦਾ ਸੀ। ਸਾਨੂੰ ਉਹ ਸੇਕ ਨਹੀਂ ਲੱਗਣ ਦਿੱਤਾ। ਜੇ ਉਹ ਲੱਗਣ ਦਿੱਤਾ ਵੀ ਆ ਥੋੜ੍ਹੇ ਜਿਹੇ ਸਮੇਂ ਲਈ, ਉਹ ਅਹਿਸਾਸ ਕਰਾਉਣ ਵਾਸਤੇ ਲਾ ਦਿੱਤਾ। ਕੀ ਕਰਾਉਣ ਵਾਸਤੇ ਜੀ? ਅਹਿਸਾਸ ਕਰਾਉਣ ਵਾਸਤੇ। ਮਾਤਾ ਦੇ ਗਰਭ ਦੇ ਵਿੱਚ ਜਦੋਂ ਮਨ ਬੱਚੇ ਦੀ ਲਿਵ ਨਾਮ ਨਾਲੋਂ, ਸ਼ਬਦ ਨਾਲੋਂ ਮਾਲਕ ਤੋੜਦਾ, ਜਦੋਂ ਤੋੜਦਾ ਅਤੇ ਅੱਗ ਦਾ ਪ੍ਰਭਾਵ ਪੈਂਦਾ, ਸੇਕ ਪੈਂਦਾ, ਅਤੇ ਉਹ ਬੱਚਾ ਤੜਫਦਾ ਹੋਇਆ ਅਰਦਾਸ ਕਰਦਾ, ਕਹਿੰਦਾ ਮਹਾਰਾਜ ਵੀ ਇੰਨਾ ਲੰਮਾ ਵਿਛੋੜਾ। ਹਾਲਾਂਕਿ ਉਹ ਵਿਛੋੜਾ ਕਿੰਨਾ? ਅੱਖ ਦੇ ਝਪਕਣ ਨੂੰ ਜਿੰਨਾ ਟਾਈਮ ਲੱਗਦਾ। ਇੰਨੇ ਵਿਛੋੜੇ ਨੂੰ 50 ਸਾਲ ਦਾ ਵਿਛੋੜਾ ਮਾਂ ਦੇ ਗਰਭ ਦੇ ਵਿੱਚ ਸਾਡਾ ਮਨ ਸਮਝਦਾ ਵੀ ਇੰਨਾ ਵਿਛੋੜਾ ਹੋ ਗਿਆ। ਮਾਲਕ ਉਹਦੀ ਅਰਦਾਸ ਬੇਨਤੀ ਸੁਣ ਕੇ ਫਿਰ ਲਿਵ ਜੋੜ ਦਿੰਦਾ ਅਤੇ ਉਹ ਅੱਗ ਦੇ ਵਿੱਚ ਵੀ ਰੱਖਦਾ। ਫਿਰ ਅੱਗੇ ਕੀ ਕਹਿੰਦੇ? ਕਹਿੰਦੇ ਗੁਰ ਪ੍ਰਸਾਦ ਕੋ ਵਿਰਲਾ ਲਾਖੇ, ਸੋ ਕਿਉਂ ਵਿਸਰੇ ਜੇ ਬਿਖ ਤੇ ਕਾਢੇ। ਬਿਖ ਜ਼ਹਿਰ ਨੂੰ ਕਹਿੰਦੇ ਨੇ। ਬਿਖ ਕਿਹਨੂੰ ਕਹਿੰਦੇ ਨੇ? ਜ਼ਹਿਰ ਨੂੰ। ਅਤੇ ਸੰਸਾਰ ਦੇ ਵਿੱਚ ਸੁਖ ਸਾਗਰ, ਅਗਨ ਸਾਗਰ ਅਤੇ ਬਿਖ ਸਾਗਰ। ਬਿਖ ਸਾਗਰ ਕਹਿੰਦੇ ਨੇ ਤਮੋ ਗੁਣ ਨੂੰ। ਕਿਹਨੂੰ ਕਹਿੰਦੇ ਜੀ? ਤਮੋ ਗੁਣ। ਅਤੇ ਜਦੋਂ ਵਿਚਰਦਾ ਉਦੋਂ ਬਿਖ ਸਾਗਰ। ਅਤੇ ਇਹ ਸਾਰੇ ਜਦੋਂ ਇਕੱਠੇ ਹੋ ਜਾਂਦੇ ਨੇ, ਸਾਗਰ, ਅਗਨ ਸਾਗਰ, ਬਿਖ ਸਾਗਰ, ਅਤੇ ਇਹ ਉਦੋਂ ਇਹ ਭਵਜਲ ਬਣ ਜਾਂਦਾ ਹੈ। ਕੀ ਬਣ ਜਾਂਦਾ ਜੀ? ਕਿਉਂਕਿ ਇਹ ਸਾਗਰ ਕੀ ਨੇ? ਵਿਚਾਰ। ਕਾਹਦੇ ਨੇ ਸਾਗਰ? ਇਹ ਵਿਚਾਰਾਂ ਦੇ। ਅਤੇ ਉਹ ਵਿਚਾਰਾਂ ਦੇ ਵਿੱਚ ਮਨ ਜਿਹੜਾ ਹੈ ਉਹ ਚਲਾ ਜਾਂਦਾ ਅਤੇ ਮਾਲਕ ਕੱਢ ਲੈਂਦਾ। ਫਿਰ ਕੀ ਕਹਿੰਦੇ? ਕਹਿੰਦੇ ਜਨਮ ਜਨਮ ਕਾ ਟੂਟਾ ਗਾਂਢੇ, ਗੁਰ ਪੂਰੇ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਉਹ ਕਹਿੰਦੇ ਪ੍ਰਭ ਆਪਣਾ
ਸਾਰਿਆਂ ਦਾ ਪ੍ਰਭ ਆਪੋ ਆਪਣਾ ਹੈ ਉਹ ਇੱਕੋ ਹੀ ਹੈ ਪ੍ਰਭ, ਲੇਕਿਨ ਮੇਰੇ ਲਈ ਵੀ ਉਹੀ ਹੈ ਅਤੇ ਤੁਹਾਡੇ ਲਈ ਵੀ ਉਹੀ ਹੈ, ਕਿਉਂਕਿ ਅਸੀਂ ਸਾਰੇ ਵਿਛੜੇ ਹੋਏ ਹਾਂ। ਮੈਂ ਵੀ ਵਿਛੜਿਆ, ਮੈਂ ਵੀ ਮਿਲਣਾ ਸੀ, ਤੁਸੀਂ ਵਿਛੜੇ ਹੋ, ਤੁਸੀਂ ਵੀ ਮਿਲਣਾ ਹੈ ਨਹੀਂ। ਇਸ ਕਰਕੇ ਆਪੋ ਆਪਣਾ ਆਪਾਂ ਪਿਆਰ ਦੇ ਨਾਲ ਮਾਲਕ ਨੂੰ ਧਿਆਉਣਾ ਹੈ। ਧਿਆਉਣ ਦਾ ਮਤਲਬ ਹੁੰਦਾ ਹੈ ਧਿਆਨ ਲਾਉਣਾ, ਇੱਕ ਹੁੰਦਾ ਜਪਣਾ, ਅਤੇ ਅਸੀਂ ਉਹਦੇ ਵਿੱਚ ਧਿਆਨ ਲਾ ਲੈਣਾ ਮਾਲਕ ਦੇ ਵਿੱਚ। ਅਤੇ ਜਦੋਂ ਅਸੀਂ ਮਾਲਕ ਦੇ ਵਿੱਚ ਧਿਆਨ ਲਾਵਾਂਗੇ ਅਤੇ ਇੱਕ ਸਮੇਂ 'ਤੇ ਆਣ ਕੇ ਸਾਡੀ ਉਹ ਪੀਨਕ ਲੱਗ ਜਾਏਗੀ। ਕੀ ਲੱਗੇਗੀ? ਪੀਨਕ ਕਹਿ ਲਓ ਉਹਨੂੰ। ਤੁਸੀਂ ਗੁਰਬਾਣੀ ਦੇ ਵਿੱਚ ਤਾੜੀ ਵੀ ਪੜ੍ਹਦੇ ਹੋ ਵੀ ਤਾੜੀ ਲੱਗ ਜਾਏਗੀ। ਜਦੋਂ ਪੀਨਕ ਲੱਗ ਜਾਂਦੀ ਆ, ਤਾੜੀ ਲੱਗ ਜਾਂਦੀ ਆ, ਉਦੋਂ ਤੁਹਾਨੂੰ ਦੁਨੀਆ ਦੀ ਕੋਈ ਆਸੇ ਪਾਸੇ ਦੀ ਸੁੱਧ ਬੁੱਧ ਨਹੀਂ ਰਹਿੰਦੀ, ਅਤੇ ਸਿਰਫ ਮਾਲਕ ਦੇ ਵਿੱਚ ਐਂ ਅੱਖ ਗੱਡੀ ਰਹਿ ਜਾਂਦੀ ਹੈ। ਚਾਹੇ ਉਹ ਅੱਖਾਂ ਬੰਦ 'ਤੇ ਲੱਗ ਜੇ ਅਤੇ ਚਾਹੇ ਅੱਖਾਂ ਖੁੱਲ੍ਹੀਆਂ 'ਤੇ ਲੱਗ ਜੇ। ਇਸ ਤਰ੍ਹਾਂ ਅਸੀਂ ਮਾਲਕ ਦੇ ਨਾਲ ਪਿਆਰ ਪਾ ਕੇ ਵਿੱਚ ਕੋਸ਼ਿਸ਼ ਕਰਨੀ ਆ। ਕੀ ਕਰਨੀ ਹੈ? ਵੀ ਉਹਦੇ ਵਿੱਚ ਅਸੀਂ ਸਮਾ ਜਾਈਏ। ਕੀ ਕਰਨੀ ਕੋਸ਼ਿਸ਼ ਜੀ? ਵੀ ਅਸੀਂ ਮਾਲਕ ਦੇ ਵਿੱਚ ਸਮਾ ਜਾਈਏ। ਜਦੋਂ ਅਸੀਂ ਮਾਲਕ ਦੇ ਵਿੱਚ ਸਮਾ ਜਾਵਾਂਗੇ, ਸਾਡਾ ਮਨ ਮਾਲਕ ਦਾ ਰੂਪ ਬਣ ਜਾਏਗਾ। ਕੀ ਬਣ ਜਾਏਗਾ ਜੀ? ਮਾਲਕ ਦਾ ਹੀ ਰੂਪ, ਉਹੇ ਜਿਹਾ ਹੀ ਹੋ ਜਾਏਗਾ। ਅਤੇ ਜਿੰਨੀ ਦੇਰ ਅਸੀਂ ਉਹਦੇ ਵਿੱਚ ਸਮਾਉਂਦੇ ਨਹੀਂ, ਉਨੀ ਦੇਰ ਅਸੀਂ ਮਾਲਕ ਦਾ ਰੂਪ ਨਹੀਂ ਬਣ ਸਕਦੇ। ਅਤੇ ਉਹ ਅਸੀਂ ਕਿਵੇਂ ਚੈੱਕ ਕਰੀਏ ਵੀ ਅਸੀਂ ਨਹੀਂ ਬਣੇ ਹਜੇ, ਅਸੀਂ ਸਮਾਏ ਨਹੀਂ ਹਜੇ? ਜੇ ਸਾਡੇ ਮਨ ਦੇ ਵਿੱਚ ਦੁਬਦਾ ਹੈ, ਈਰਖਾ ਹੈ, ਨਫ਼ਰਤ ਹੈ, ਘਿਰਨਾ ਹੈ ਕਿਸੇ ਦੇ ਵੀ ਪ੍ਰਤੀ, ਇੱਥੋਂ ਤੱਕ ਕਿ ਮੈਂ ਕਹਿ ਦਿਆਂ ਕਿ ਕਿਸੇ ਜੀਵ ਜੰਤੂ ਦੇ ਵੀ ਪ੍ਰਤੀ, ਇਨਸਾਨ ਟੂ ਇਨਸਾਨ ਤਾਂ ਆਪਾਂ ਕਰਦੇ ਹੀ ਹਾਂ, ਈਰਖਾ ਦੁਬਦਾ ਕਰਦੇ ਨੇ ਲੋਕ, ਲੇਕਿਨ ਆਪਾਂ ਕਿਸੇ ਵੀ ਜੀਵ ਜੰਤੂ ਦੇ ਪ੍ਰਤੀ ਵੀ ਕੋਈ ਈਰਖਾ ਦੁਬਦਾ ਨਹੀਂ ਕਰਨੀ। ਅਤੇ ਜੇ ਈਰਖਾ ਦੁਬਦਾ ਹੈ, ਨਿੰਦਿਆ ਚੁਗਲੀ ਹੈ, ਤਾਂ ਸਮਝ ਲਓ ਫਿਰ ਅਸੀਂ ਉਹਦੇ ਵਿੱਚ ਸਮਾ ਨਹੀਂ ਸਕਦੇ, ਉਹਦਾ ਰੂਪ ਨਹੀਂ ਹੋ ਸਕਦੇ। ਇਹ ਗਰੰਟੀ ਹੈ। ਜੇ ਇਹ ਲੱਛਣ ਨੇ ਤਾਂ ਨਹੀਂ ਸਮਾਇਆ, ਅਤੇ ਜੇ ਇਹਨਾਂ ਤੋਂ ਉੱਪਰ ਉੱਠ ਖੜਿਆ ਤਾਂ ਸਮਝ ਲਓ ਸਮਾ ਗਿਆ, ਸਮਝ ਲਓ ਸਮਾ ਗਿਆ। ਕਈ ਗੁਰਮੁਖ ਦੇਖ ਵੀ ਲੈਂਦੇ ਨੇ ਮਾਲਕ ਨੂੰ, ਪਰ ਫਿਰ ਵੀ ਰੰਜਿਸ਼ ਨਹੀਂ ਛੱਡਦੇ। ਇੱਥੋਂ ਤੱਕ ਗੁਰਮੁਖ ਪਿਆਰਿਓ, ਜੇ ਦੁਸ਼ਮਣ ਵੀ ਮਿਲ ਜੇ ਨਾ, ਉਹਦੇ ਵੀ ਪ੍ਰਤੀ ਊਂਚ ਕੰਨੇ ਰਹਿਣਾ, ਅਲਰਟ ਰਹਿਣਾ, ਲੇਕਿਨ ਦੁਸ਼ਮਣ ਦੇ ਵੀ ਪ੍ਰਤੀ ਦੁਬਦਾ ਨਹੀਂ ਕਰਨੀ। ਜੇ ਇੱਥੇ ਇੱਕ ਮੈਂ ਤੁਹਾਨੂੰ ਕਹਾਣੀ ਸੁਣਾਉਣਾ, ਭਾਈ ਸਾਹਿਬ ਸੁਣਾਇਆ ਕਰਦੇ ਸੀ। ਕਹਿੰਦੇ ਜੇ ਦੁਸ਼ਮਣ ਹੋਵੇ ਤਾਂ ਦੁਸ਼ਮਣ ਹੋਵੇ ਦਾਨਾ। ਕਿਹੜਾ ਹੋਵੇ ਜੀ? ਦਾਨਾ। ਦਾਨੇ ਦਾ ਮਤਲਬ ਕਿ ਸਿਆਣਾ, ਸਮਝਦਾਰ ਹੋਵੇ। ਅਤੇ ਅੱਜ ਕੱਲ੍ਹ ਕੋਈ ਦਾਨਾ ਦੁਸ਼ਮਣ ਨਹੀਂ ਹੈਗਾ, ਸਾਰੇ ਪਿੱਠ ਪਿੱਛੇ ਵਾਰ ਕਰਦੇ ਨੇ। ਅਤੇ ਗੁਰਮੁਖ ਜਿਹੜਾ ਹੁੰਦਾ ਹੈ, ਜੇ ਇਹਦੇ ਨਾਲ ਕੋਈ ਦੁਸ਼ਮਣੀ ਇਹ ਨਹੀਂ ਕਰਦਾ ਕਿਸੇ ਨਾਲ, ਜੇ ਕੋਈ ਇਹਦੇ ਨਾਲ ਕਰਦਾ ਤਾਂ ਇਹ ਰੋਲ ਬੜਾ ਵਧੀਆ ਅਦਾ ਕਰਦਾ। ਇੱਕ ਵਾਰੀ ਦੋ ਜ਼ਿਮੀਂਦਾਰਾਂ ਦੀ ਆਪਸ ਵਿੱਚ ਖਹਿਬਾਜ਼ੀ ਹੋ ਗਈ ਜ਼ਮੀਨ ਪਿੱਛੇ। ਦੋਨੇ ਪਾਸਿਆਂ ਤੋਂ ਬੰਦੇ ਮੰਗਾਏ ਗਏ ਲੜਾਈ ਝਗੜੇ ਵਾਸਤੇ। ਉਹ ਕਹਿੰਦੇ ਅਸੀਂ ਉਹਨਾਂ ਦੇ ਬੰਦੇ ਮਾਰਦੇ ਨੇ, ਉਹ ਕਹਿੰਦੇ ਅਸੀਂ ਉਹਨਾਂ ਦੇ ਬੰਦੇ ਮਾਰਨੇ ਆ। ਝਗੜਾ ਵੱਧਦਾ ਗਿਆ, ਵੱਧਦਾ ਗਿਆ, ਅਤੇ ਮਾਲਕ ਨੇ ਪਰਖ ਕਰਾਉਣੀ ਸੀ। ਇੱਕ ਘਰ ਦੀ ਮੱਝ ਦਾ ਚੂਲਾ ਉਤਰ ਗਿਆ, ਜਿਵੇਂ ਉਤਰ ਨਹੀਂ ਜਾਂਦਾ ਉਹ, ਅਤੇ ਦੂਸਰੇ ਘਰ ਦਾ ਮੈਂਬਰ ਜਾਣਦਾ ਸੀਗਾ, ਬਜ਼ੁਰਗ ਜਾਣਦਾ ਸੀ ਚੂਲਾ ਬੰਨ੍ਹਣਾ, ਚੜਾਉਣਾ। ਜਿਨ੍ਹਾਂ ਦਾ ਉਤਰਿਆ ਸੀ ਉਹ ਆਪਦੇ ਪਿਤਾ ਨੂੰ ਲੜਕੀ ਜਾ ਕੇ ਕਹਿੰਦੀ ਹੈ, ਕਹਿੰਦੀ ਬਾਪੂ ਜੀ ਵੀ ਆਪਣੀ ਐ ਕਰਕੇ ਵੀ ਮੱਝ ਦਾ ਇਸ ਤਰ੍ਹਾਂ ਹੋ ਗਿਆ ਵੀ। ਉਹ ਕਹਿੰਦੇ ਪੁੱਤ ਫਿਰ ਕੀ ਕਰੀਏ ਹੁਣ? ਉਹ ਕਹਿੰਦੇ ਵੀ ਉਹ ਜਿਨ੍ਹਾਂ ਨਾਲ ਲੜਾਈ ਸੀ ਉਹਨਾਂ ਦੇ ਨਾਂ ਲੈ ਤਾ ਗੁੱਡੀ ਨੇ, ਬੇਟੀ ਨੇ। ਅਤੇ ਉਹ ਕਹਿੰਦੇ ਆਪਾਂ ਤਾਂ ਹੁਣ ਘੰਟੇ ਕੁ ਤੱਕ ਲੜਾਈ ਝਗੜਾ ਹੋ ਜਾਣਾ ਆਪਣਾ, ਉੱਧਰ ਵੀ ਬੰਦੇ ਆਏ ਹੋਏ, ਉੱਧਰ ਵੀ ਆਏ ਆ, ਸ਼ਰਾਬਾਂ ਮੀਟ ਖਾ ਪੀ ਰਹੇ ਆ। ਅਤੇ ਉਹ ਕਹਿੰਦੀ ਵੀ ਨਹੀਂ ਮੈਂ ਜਾਂਦੀ ਹਾਂ, ਵੀ ਪਿੰਡ ਦੀ ਧੀ ਹਾਂ ਮੈਂ, ਦੇਖਦੇ ਆਪਾਂ। ਦੇਖੋ ਮਾਲਕ ਨੇ ਗਿਆਨ 'ਚ ਵਾਧਾ ਕਰਨਾ ਸੀ। ਅਤੇ ਉਹ ਬਜ਼ੁਰਗ ਕਹਿੰਦਾ ਠੀਕ ਹੈ ਪੁੱਤ ਤੂੰ ਜਾਇਆ। ਉਹ ਗਏ, ਉਹਨੇ ਜਾ ਕੇ ਉਹ ਬਜ਼ੁਰਗ ਨੂੰ ਕਿਹਾ ਵੀ ਤੁਸੀਂ ਚੂਲਾ ਬੰਨ੍ਹਣ ਜਾਣਦੇ ਵੀ ਸਾਡੇ ਐਂ ਮੱਝ ਦਾ ਵੀ ਇਸ ਤਰ੍ਹਾਂ ਹੋ ਗਿਆ। ਉਹ ਕਹਿੰਦਾ ਪੁੱਤ 2 ਮਿੰਟ ਰੁਕ। ਉੱਧਰੋਂ ਉਹਦੇ ਬੱਚੇ ਨਹੀਂ ਸੀ ਆਉਣ ਦਿੰਦੇ, ਇੱਧਰੋਂ ਇਹਦੇ ਬੱਚੇ ਬਜ਼ੁਰਗ ਦੇ ਨਹੀਂ ਸੀ ਜਾਣ ਦਿੰਦੇ।
तो वो कहते 2 मिनट रुक भी मैं आपका समान चक ला। वो चढ़ाने वाला जो रस्सा सी जां जो भी सी, तो वो आपके बच्चे नूं कहंदा कोई गल नहीं तुसीं रुको मैं हुणे आ जाना। वो चक्के समान तो कहंदा चल धीए चलीए। वो उन्हां दे घरे पहुँच गया जिन्हां नाल 2 घंटे नूं रिश्तेदार दोस्त मित्र शराबां पी के लड़न वास्ते, जिवें कब्जे का नहीं रौला हुंदा जमीन का रौला सी। तो वो बजुर्ग बेटी दे नाल गया, उन्हें कहा लिया पुत आ चीज़ां ले आ। वो ले आई तो उन्हें बजुर्ग ने चूड़ा चढ़ाया तो कहता पुत हुण इहदे ते आ पानी पाउंदी नहीं, थोड़ी थोड़ी देर बाद भी ठीक हो जूगी। तो उत्थों जदों बजुर्ग इन्नी गल कह के तुरन लगा तो दूसरे बजुर्ग ने आवाज़ मार ली, क्योंकि दोनों पासे की सी दाने सी ना, दुश्मन की सी दाना सियाणा सी। वो कहता फलाना सिया भी तेनू आया नहीं भै नहीं आया भी उन्होंने लड़ाई है भी उन्होंने मैं। वो कहता नहीं धी भैन तो सारिਆਂ ਦੀ ਸਾਂਝੀ ਹੁੰਦੀ है भी ये मेरे को आई, मेरे को एक गुण सी ये कला सी मैं ठीक करता। वो कहता जे इत्थों तक तेरे मन में तू एक साडा जीव नूं बचाउण वास्ते ठीक करने वास्ते साडे घरे आ सकदा ते जा आपदे मुंडिਆਂ ਨੂੰ कहो भी जिथों जी करदा पैली वाह लैण भी झगड़ा निबड़ गया। वो आपदे बच्चों नूं कहंदा कहंदा नहीं, उधरों वो कहंदा जिथे तेरा जी करदा, तो मतलब कि सहमति हो गई। इस तरह का दुनिया के उत्ते कोई सज्जन कोई दोस्त कोई दुश्मन बन जाता है, दोस्त भी दुश्मन बन जाता है। पर जे ज्ञान होवे अध्यात्मक तो वड्डियां वड्डियां लड़ाइयां जड़ियां ने झगड़े जड़े ने वो भी बंद हो जाते हैं। हुण जे आपां कहिए कि मालक झगड़ा कराउंदा है, मालक नहीं झगड़ा कराउंदा। मालक तो कदी भी माड़ा नहीं करता। जिवें दृश्यमान रूप च आपां माँ प्यो बन गए, पहलां अपने माँ प्यो सी, अपने माँ प्यो चाहुंदे सी कि साडे बच्चों का घाटा पवे, हाँ जी साडे बच्चों का माड़ा होवे। हुण क्या अपने घरे औलाद हो गई, आपां चाहांगे कि साडे बच्चों का होवे, नहीं ना चाहांगे। इस तरह मालक कदी भी माड़ा नहीं करता। तो जे माड़ा करता तो कौन करता? काल करता है। तो काल किंदे द्वारा कराउंदा? पंजां द्वारा। किंदे द्वारा कराउंदा? पंजां द्वारा। कहो कबीर पांचों का झगड़ा झगड़त जन्म गवाया। भी पंजां का झगड़ा एडा वधिया मनुख जामा मिलिया, ज्ञान ना होने करके असी इस मनुख जामे नूं कौडियां दे भाव व्यर्थ गवा रहे हैं। हीरे जैसा जन्म है कौडी बदले जाए। जदों असी गुरु ग्रंथ साहिब महाराज की शरण में आउंदे हां, ये खजाने का भेद खुलदा है तो पता लगता है कि साडा पिता तो नफरत सिखाउंदा ही नहीं, साडा पिता तो प्यार सिखाउंदा है। तो जे नफरत सिखाउंदा है तो वो दूसरा सिखाउंदा है। तो जे असी मालक का नाम जपदे हां, नाम सुनते हैं, नाम च ध्यान लाउने हां, जां अगे शब्द विच ध्यान लाउने हां, जां अगे मालक दे विच ध्यान लाउने हां, हाँ जी लाउंदियां होयां भी जे साडे मन दे विच किसी दे प्रति भी इस तरह के विचार आ गए तो समझ लो भी वो काल का जोर पै गया, काल का प्रभाव पै गया, पंजां का प्रभाव पै गया। तो असी पैन नहीं देना। असी हजे तो वाहिगुरू आ दृश्यमान दे विच ही आपां चलदे हां। इस तों अगे जो सूखम दे विच चलांगे उत्थे की बनेगा? उत्थे की बनेगा? सूखम दे विच भी साडा जंग युद्ध हुंदा है। महाराज 10वें पातशाह की बाणी का शब्द आ, उखलियां वर्गियां नासां जिन्हां मूँह जापण आले। वो किन्हां दे ने? कोई तो है ना। वो कौन ने? वो काल दे मैंबर ने, सूखम ने। की ने जी? सूखम ने। उखली समझ लो ना किनू कहते सी? पहलां उखलियां ऐ कुट दिंदे, एडे एडे मतलब कि वो दस्सिया गया उन्हों का सारे फेस खिंचा गया भी ऐ मूँह आले आले रखते तुसीं ना कि कंध दे विच दीवार जगाउण नूं, इस तरह के कहते वो रूप ने। उन्हां दे नाल फिर सूखम युद्ध हुंदा है। किंदा हुंदा है? जिहड़ा मन बच्चा खालसा बन जाता है, जिहड़ा मन बच्चा खालसा बन जाता है तो मालक उन्होंने युद्ध दे विच आप उतारदा है। मालक उन्होंने युद्ध दे विच आप उतारदा है, कंड ते थापी दे के जा पुत तेरी जित होएगी। तो वो भी पूरा जोर लाउंदे ने, वो भी पूरा तान लाउंदे ने।
ਹਜੇ ਤਾਂ ਅਸੀਂ ਇੱਧਰ ਹੀ ਚੱਲ ਰਹੇ ਹਾਂ, ਆਪਣੇ ਰਿਸ਼ਤੇਦਾਰਾਂ ਦੇ, ਭੈਣਾਂ ਭਰਾਵਾਂ ਦੇ, ਆਪਦੇ ਸਰੀਰ ਦੇ ਦੁੱਖ ਤਕਲੀਫਾਂ ਨੂੰ ਬਹੁਤ ਲੰਬਾ ਮੰਨ ਲੈਂਦੇ ਹਾਂ, ਬਹੁਤ ਵੱਡਾ ਮੰਨ ਲੈਂਦੇ ਹਾਂ। ਅਤੇ ਜਿਹੜਾ ਉੱਧਰ ਜਾ ਕੇ ਹੋਣਾ ਉਹ ਤਾਂ ਇਸ ਤੋਂ ਵੀ ਅੱਗੇ ਹੋਏਗਾ। ਉਹ ਤਾਂ ਇਸ ਤੋਂ ਵੀ ਅੱਗੇ ਜਾ ਕੇ ਯੁੱਧ ਬੜਾ ਜ਼ਬਰਦਸਤ ਚੱਲਦਾ ਹੈ। ਹਾਂ, ਇੱਕ ਗੱਲ ਹੈਗੀ ਆ, ਹੌਸਲਾ ਮੈਂ ਦੇ ਦਿੰਦਾ ਤੁਹਾਨੂੰ, ਉੱਥੇ ਜਿੱਤ ਹੁੰਦੀ ਹੈ ਨਾਮ ਵਾਲਿਆਂ ਦੀ। ਜਿੱਤ ਕਿਹਦੀ ਹੋਏਗੀ? ਫਤਿਹ ਕਿਹਦੀ ਹੋਏਗੀ? ਜਿਨ੍ਹਾਂ ਦੇ ਪੱਲੇ ਨਾਮ ਹੋਏਗਾ। ਜਿਨ੍ਹਾਂ ਦੇ ਪੱਲੇ ਨਾਮ ਹੋਏਗਾ ਉਹਨਾਂ ਵੱਲ ਮਾਲਕ ਹੋਏਗਾ, ਉਹਨਾਂ ਵੱਲ ਮਾਲਕ ਹੋਏਗਾ। ਅਤੇ ਜਿਵੇਂ ਪਿੱਛੇ ਜੇ ਆਪਾਂ ਇੱਕ ਸੁਣਿਆ ਸੀ ਜ਼ਫਰਨਾਮਾ, ਉਹ ਕਹਿੰਦਾ ਤੂੰ ਤਾਂ ਵਾਲ ਵਿੰਗਾ ਨਹੀਂ ਕਰ ਸਕਦਾ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਰੱਬ ਜਿਨ੍ਹਾਂ ਦਾ ਦੋਸਤ ਹੋਵੇ, ਹੈ ਨਾ, ਯਾਰ ਹੋਵੇ, ਅਤੇ ਮਾਲਕ ਪਹਿਰੇ 'ਤੇ ਖੜ੍ਹਦਾ ਆਪਦੇ ਬੱਚੇ ਦੇ, ਮਾਲਕ ਪਹਿਰੇ 'ਤੇ ਖੜ੍ਹਦਾ। ਜਿਵੇਂ ਆਪਾਂ ਆਪਣੇ ਬੱਚੇ ਛੋਟੇ ਹੁੰਦੇ ਆ ਅਤੇ ਉਹ ਮੰਜੇ 'ਤੇ ਆਪਾਂ ਪਾਏ ਹੋਣ, ਅਤੇ ਪਿਤਾ ਭਾਵੇਂ ਦੂਰ ਮੱਝਾਂ ਵੱਲ ਹੋਵੇ, ਮਾਂ ਚੌਂਕੇ 'ਚ ਕੰਮ ਭਾਂਡੇ ਕਰਦੀ ਹੋਵੇ, ਲੇਕਿਨ ਵਾਰ-ਵਾਰ ਕਿੱਧਰ ਦੇਖਦੇ ਨੇ? ਦੋਨੇ ਜਾਣੇ ਦੇਖਦੇ ਨੇ, ਰੋਲ ਅਦਾ ਕਰਦੇ ਨੇ ਵੀ ਬੱਚਾ ਡਿੱਗ ਨਾ ਪਵੇ, ਬੱਚਾ ਡਿੱਗ ਨਾ ਪਵੇ, ਕਿਉਂਕਿ ਉਹ ਮਾਂ ਪਿਓ ਦਾ ਰੋਲ ਮਿਲਿਆ ਉਹਨਾਂ ਨੂੰ। ਇਸੇ ਤਰ੍ਹਾਂ ਸਾਡਾ ਪਿਤਾ ਅਕਾਲ ਪੁਰਖ ਵਾਹਿਗੁਰੂ, ਜਿਹਨੂੰ ਆਪਾਂ ਕਹਿੰਦੇ ਹਾਂ ਵਿਸਰ ਨਾ ਜਾਏ, ਸੋ ਕੋ ਵਿਸਰੇ ਜਿਨ ਸਭ ਕੁਛ ਦੀਆ, ਉਹ ਮਾਲਕ ਹਰ ਵਕਤ ਗੁਰਮੁਖ ਪਿਆਰਿਓ ਸੁੱਤਿਆਂ ਪਿਆਂ ਵੀ ਜਾਗਦਿਆਂ ਵੀ ਪਹਿਰਾ ਦਿੰਦਾ। ਸੋਵਤ ਜਾਗਤ ਹਰ ਸੰਗ ਪਹਿਰੂਆ, ਹਰ ਵਕਤ ਪਹਿਰੇ 'ਤੇ ਰਹਿੰਦਾ। ਉਹ ਸਾਡਾ ਪਿਤਾ ਕਿੱਡਾ ਦਿਆਲੂ ਅਤੇ ਕਿਰਪਾਲੂ ਆ। ਅਸੀਂ ਉਹਦੀ ਔਲਾਦ ਹਾਂ, ਉਹਦੀ ਅੰਸ਼ ਹਾਂ, ਉਹਦੇ ਵਿੱਚ ਸਮਾਉਣਾ ਹੈ, ਉਹਦੇ ਵਿੱਚ ਸਮਾਉਣਾ ਹੈ। ਹਰ ਜਨ ਦੋਏ ਇੱਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ। ਉਹਦੇ ਵਿੱਚ ਸਮਾਉਣਾ ਹੈ। ਹੁਣ ਉਹਦੇ ਵਿੱਚ ਸਮਾਉਣ ਦੀਆਂ ਜੁਗਤੀਆਂ ਵਿਧੀਆਂ ਤੁਹਾਡੇ ਵਿੱਚੋਂ ਜਿਨ੍ਹਾਂ ਬੱਚਿਆਂ ਨੂੰ ਸਮਝ ਲੱਗ ਗਈ, ਉਹ ਤਾਂ ਰੋਜ਼ ਧਿਆਨ ਲਾਉਂਦੇ ਨੇ। ਉਹ ਰੋਜ਼ ਕਿਹਦੇ ਵਿੱਚ ਧਿਆਨ ਲਾਉਂਦੇ ਨੇ? ਮਾਲਕ ਦੇ ਵਿੱਚ ਧਿਆਨ ਲਾਉਂਦੇ ਨੇ। ਅਤੇ ਰੋਜ਼ ਲਾਇਆ ਕਰੋ ਧਿਆਨ, ਰੋਜ਼, ਹਰ ਰੋਜ਼ ਲਾਉਣਾ। ਅਤੇ ਖਾਸ ਕਰਕੇ ਪੈਣ ਲੱਗਿਆਂ ਨੇ ਤਾਂ ਧਿਆਨ ਲਾ ਕੇ ਹੀ ਜਾਣਾ ਹੈ। ਪੈਣ ਲੱਗਿਆਂ ਨੇ ਧਿਆਨ ਦੇ ਵਿੱਚ ਜਾਣਾ, ਮਾਲਕ ਦੇ ਵਿੱਚ ਧਿਆਨ ਲਾਉਣਾ ਹੈ। ਕਿਹਦੇ 'ਚ ਲਾਉਣਾ ਜੀ? ਮਾਲਕ ਦੇ ਵਿੱਚ ਧਿਆਨ ਲਾਉਣਾ। ਕੋਈ ਔਖਾ ਨਹੀਂ ਹੈ ਜੇ ਸਮਝ ਆ ਜੇ, ਅਤੇ ਜੇ ਸਮਝ ਨਾ ਆਵੇ ਫਿਰ ਬੜਾ ਔਖਾ। ਅਤੇ ਗੁਰਮੁਖ ਜਿਹੜੇ ਧਿਆਨ ਲਾਉਂਦੇ ਨੇ ਇਹ ਜ਼ੋਰ ਨਾਲ ਨਹੀਂ ਲਾਉਂਦੇ। ਜੋ ਮਾਲਕ ਦੇ ਘਰ ਦੀ ਭਗਤੀ ਹੈ ਇਹ ਜ਼ੋਰ ਨਾਲ ਨਹੀਂ ਹੁੰਦੀ, ਇਹ ਪਿਆਰ ਨਾਲ ਹੁੰਦੀ ਹੈ। ਜ਼ੋਰ ਨਾਲ ਨਹੀਂ, ਜੁਗਤੀ ਸਿੱਖ ਜਾਵਾਂਗੇ। ਜਦੋਂ ਜੁਗਤੀ ਸਿੱਖ ਜਾਵਾਂਗੇ, ਮਾਲਕ ਦੇ ਦਰਸ਼ਨ ਹੋਣਗੇ, ਤਾਂ ਫਿਰ ਅੱਗੇ ਸਾਰਾ ਖੇਲ ਪਿਆਰ ਦਾ ਹੀ ਚੱਲੇਗਾ। ਕਿਆ ਜਪ, ਕਿਆ ਤਪ ਸੰਜਮੋ, ਕਿਆ ਵਰਤ, ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਏ, ਭਉ ਭਗਤ ਭਗਵਾਨ। ਭਉ ਮੀਨਜ਼ ਪਿਆਰ ਵਾਲੀ ਭਗਵਾਨ ਦੀ ਭਗਤੀ ਫਿਰ ਸ਼ੁਰੂ ਹੁੰਦੀ ਹੈ। ਕੀ ਕਰਨਾ ਹੈ? ਸੰਸ਼ਪਾਈ ਗੁਰਮੁਖਾਂ ਨੇ, ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਹੈ, ਸਿਰਫ ਦ੍ਰਿਸ਼ਟੀ ਨੂੰ ਢਿੱਲਾ ਛੱਡ ਕੇ, ਬਾਡੀ ਨੂੰ ਢਿੱਲਾ ਛੱਡ ਕੇ, ਅਤੇ ਸਾਹਮਣੇ ਦੇਖੀ ਚੱਲੋ। ਸਾਹਮਣੇ ਦੇਖਣਾ ਹੀ ਆ, ਕਿਉਂਕਿ ਮਾਲਕ ਆਪਣੇ ਸਾਰਿਆਂ ਦੇ ਸਾਹਮਣੇ ਆ। ਜਿੱਧਰ ਵੀ ਤੁਸੀਂ ਅੱਖ ਘੁਮਾਓ ਉੱਧਰ ਸਾਹਮਣੇ ਆ। ਜੇ ਇੱਧਰ ਅੱਖ ਘੁਮਾ ਲਈ ਇੱਧਰ ਵੀ ਸਾਹਮਣੇ ਆ। ਜੇ ਸਾਹਮਣੇ ਫੇਸ ਕਰ ਲਿਆ ਤੁਸੀਂ ਸਾਹਮਣੇ ਆ। ਇੱਧਰ ਕਰ ਲਓ, ਪਿੱਛੇ ਕਰ ਲਓ, ਉੱਪਰ ਕਰ ਲਓ, ਥੱਲੇ ਕਰ ਲਓ, ਸਾਰਿਆਂ ਦੇ ਸਾਹਮਣੇ ਮਾਲਕ ਆ, ਸਾਰਿਆਂ ਦੇ ਨੇੜੇ ਆ। ਨਿਕਟ ਸੁਣਿਓ ਔਰ ਪੇਖਿਓ ਨਾਹੀਂ, ਸੁਣਦੇ ਆ ਨੇੜੇ ਪਰ ਦਿਸਦਾ ਨਹੀਂ, ਸਭ ਤੋਂ ਨੇੜੇ ਮਾਲਕ ਆ। ਹੁਣ ਗੁਰਮੁਖ ਪਿਆਰਿਓ, ਉਸ ਮਾਲਕ ਦੇ ਵਿੱਚ ਆਪਾਂ ਧਿਆਨ ਲਾਉਣਾ ਹੈ। ਅਤੇ ਕਿਵੇਂ ਲਾਉਣਾ? ਆਪਾਂ ਅੱਗੇ ਵੀ ਇੱਕ ਵਾਰੀ ਸਮਝਾਇਆ ਸੀ ਤੁਹਾਨੂੰ, ਦੁਬਾਰਾ ਮੈਂ ਫਿਰ ਇੱਕ ਵਾਰੀ ਰਿਪੀਟ ਕਰ ਦਿੰਦਾ। ਬੜਾ ਸੌਖਾ ਕਰਕੇ ਸਮਝ ਲੱਗ ਜੇ, ਹੈ ਨਾ, ਅਤੇ ਫਿਰ ਆਪਾਂ ਨੂੰ ਮਿਹਨਤ ਥੋੜ੍ਹੀ ਨਾਲ ਹੀ ਆਪਾਂ ਪ੍ਰਾਪਤੀ ਕਰ ਸਕਦੇ ਹਾਂ। ਜੇ ਸਮਝ ਨਾ ਲੱਗੇ ਫਿਰ ਮਿਹਨਤ ਆਪਾਂ ਵੱਧ ਕਰਦੇ ਹਾਂ ਅਤੇ ਪ੍ਰਾਪਤੀ ਪ੍ਰੋਪਰ ਹੁੰਦੀ ਨਹੀਂ। ਤੁਸੀਂ ਇਹਨਾਂ ਨੂੰ 3 ਪੁਆਇੰਟਾਂ ਦੇ ਵਿੱਚ ਲੈਣਾ ਹੈ। ਭਗਤੀ ਲੈਣ ਦੇ ਵਿੱਚ ਕਿੰਨਿਆਂ 'ਚ ਲੈਣਾ ਹੈ? 3 ਪੁਆਇੰਟਾਂ 'ਚ ਲੈਣਾ ਹੈ। ਉਹ 3 ਪੁਆਇੰਟ ਕਿਵੇਂ ਕਵਰ ਕਰਨੇ ਨੇ ਇਹ ਤੁਸੀਂ ਚੰਗੀ ਤਰ੍ਹਾਂ ਸਮਝ ਲਓ। ਆਹ ਜਿਹੜਾ ਸਾਡਾ ਏਰੀਆ ਹੈ,
ਇਹ ਮੈਂ ਇਸ ਹਿਸਾਬ ਨਾਲ ਦੱਸ ਰਿਹਾ ਵੀ ਜਿਹੜਾ ਤੁਹਾਨੂੰ ਸਰੀਰ ਮਿਲਿਆ, ਤੁਹਾਨੂੰ ਮਿਲ ਗਈ, ਤੁਹਾਡੇ ਮਨ ਨੂੰ ਤੁਹਾਡਾ ਸਰੀਰ ਮਿਲਿਆ, ਮੇਰੇ ਮਨ ਨੂੰ ਮੇਰਾ ਸਰੀਰ ਮਿਲਿਆ। ਇਸ ਕਰਕੇ ਸੌਖੀ ਸਮਝ ਲੱਗ ਜਾਏਗੀ। ਮੇਰਾ ਜਿਹੜਾ ਸਰੀਰ ਹੈ ਇਹ ਮੇਰੇ ਮਨ ਨੂੰ ਇੱਕ ਨਕਸ਼ਾ ਮਿਲਿਆ। ਕੀ ਮਿਲਿਆ ਜੀ? ਨਕਸ਼ਾ ਮਿਲਿਆ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਮੈਂ ਇਹ ਸਰੀਰਕ ਰੂਪੀ ਨਕਸ਼ੇ ਦੀ ਮੇਰੇ ਮਨ ਨੇ ਖੋਜ ਕਰਨੀ ਹੈ। ਹਾਂਜੀ, ਤੁਹਾਡੇ ਮਨ ਨੇ ਤੁਹਾਡੇ ਨਕਸ਼ੇ ਦੀ ਖੋਜ ਕਰਨੀ ਹੈ। ਇਸ ਨਕਸ਼ੇ ਦੀ ਜਿਹੜੀ ਸਭ ਤੋਂ ਉੱਚੀ ਜਗ੍ਹਾ ਹੈ, ਜਿਹੜੀ ਸਭ ਤੋਂ ਉੱਚੀ ਜਗ੍ਹਾ ਉਹ ਹੈ ਸਿਰ। ਉਹ ਕਿਹੜੀ ਜਗ੍ਹਾ ਜੀ? ਸਿਰ। ਸਿਰ ਦੇ ਉੱਪਰ ਮਾਲਕ ਹੈ, ਸਿਰ ਦੇ ਉੱਪਰ ਮਾਲਕ ਹੈ। ਜੋ ਗੁਰੂ ਮਹਾਰਾਜ ਕਹਿੰਦੇ ਰੱਬ ਕੀ ਰਜਾ ਮੰਨੇ, ਸਿਰ ਉੱਪਰ ਕਰਤਾ ਮੰਨੇ, ਆਪ ਗਵਾਵੇ। ਆਪਾਂ ਸਾਰਿਆਂ ਨੇ ਦੇਖਣਾ ਐਂ ਹੀ ਹੈ ਜੀ। ਜਿਵੇਂ ਹੁਣ ਮੈਂ ਤੁਹਾਨੂੰ ਦੇਖ ਰਿਹਾ, ਮੈਂ ਐਂ ਨਹੀਂ ਦੇਖਦਾ, ਮੈਂ ਐਂ ਹੀ ਦੇਖ ਰਿਹਾ, ਲੇਕਿਨ ਸੁਰਤ ਮੇਰੀ ਉੱਪਰ। ਕੀ ਹੈ ਜੀ? ਚੇਤਾ ਮੇਰਾ ਉੱਪਰ, ਖਿਆਲ ਮੇਰਾ ਉੱਪਰ। ਠੀਕ ਹੈ ਜੀ। ਇਸ ਤਰ੍ਹਾਂ ਦੇਖਦੇ ਹੋਇਆ ਤੁਸੀਂ ਉੱਪਰ ਸੁਰਤ ਨੂੰ ਰੱਖੋ। ਉਹ ਜੋ ਆਸੇ ਪਾਸੇ ਸਾਰਾ ਪ੍ਰਕਾਸ਼ ਦਿਖਾਈ ਦਿੰਦਾ ਹੈ ਉਹ ਮਾਲਕ ਆ। ਉਹ ਕੌਣ ਆ ਜੀ? ਕਰਤਾ ਪੁਰਖ। ਪਹਿਲਾਂ ਇੰਨਾ ਕਿ ਸਮਝ ਲਓ, ਫਿਰ ਮੈਂ ਅੰਤਰਗਤ ਵੀ ਸਮਝਾਵਾਂਗਾ ਤੁਹਾਨੂੰ। ਇਹ ਤਾਂ ਮੈਂ ਬਾਹਰ ਮੁਖੀ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਪਿਆ। ਜਦੋਂ ਇਸ ਖਾਲੀ ਖਲਾਅ ਦੇ ਵਿੱਚ, ਆ ਸਪੇਸ ਦੇ ਵਿੱਚ ਆਪਾਂ ਤੁਰੇ ਫਿਰਦੇ ਹਾਂ, ਬੈਠੇ ਹਾਂ, ਵਰਕ ਕਰਦੇ ਹਾਂ, ਇਹਦੇ ਵਿੱਚ ਹੀ ਤੁਰੇ ਫਿਰਦੇ ਹਾਂ। ਚਾਹੇ ਤੁਸੀਂ ਬੈਠੇ ਹੋ, ਚਾਹੇ ਖੜ੍ਹੇ ਹੋ, ਆਪਦੇ ਸਿਰ ਦੀ ਉੱਪਰਲੀ ਜਗ੍ਹਾ 'ਤੇ ਸੁਰਤ ਨੂੰ ਲੈ ਜਾਓ ਅਤੇ ਇੱਥੇ ਮਾਲਕ ਆ। ਇੱਥੇ ਕੀ ਆ ਜੀ? ਮਾਲਕ। ਚਾਹੇ ਤੁਸੀਂ ਖੜ੍ਹੇ ਹੋ, ਚਾਹੇ ਬੈਠੇ ਹੋ, ਅਤੇ ਚੰਮ ਸ਼ੁਰੂ ਹੋ ਗਿਆ। ਕੀ ਸ਼ੁਰੂ ਹੋ ਗਿਆ ਜੀ? ਮਾਸ। ਕਿੱਥੋਂ ਸ਼ੁਰੂ ਹੋਇਆ ਮਾਸ? ਵੈਸੇ ਤਾਂ ਟੀਸੀ ਹੈ ਆਪਣੀ ਉੱਪਰਲੀ ਇੱਥੋਂ, ਪਰ ਆਪਾਂ ਇੱਥੋਂ ਲੱਖੋ, ਇੱਥੋਂ ਮਾਸ ਸ਼ੁਰੂ ਹੋ ਗਿਆ। ਆਹ ਜਿਹੜਾ ਏਰੀਆ ਇੰਨਾ ਕੁ ਅੰਦਰ ਅਤੇ ਬਾਹਰ, ਮਾਸ ਨਹੀਂ, ਇਹਨੂੰ ਨਹੀਂ ਲੈਣਾ, ਚੰਮ ਨੂੰ ਨਹੀਂ ਮਹਿਸੂਸ ਕਰਨਾ। ਇਹਦੇ ਅੰਦਰ ਅਤੇ ਬਾਹਰ ਜੋ ਖਾਲੀ ਖਲਾਅ ਹੈ, ਸਪੇਸ ਹੈ, ਸੁੰਨ ਹੈ, ਇਹ ਆ ਦਸਵਾਂ ਦੁਆਰ। ਇਹ ਹੈ ਆਤਮਾ ਦਾ ਏਰੀਆ। ਕਿਹਦਾ ਏਰੀਆ ਜੀ? ਇਹ ਹੈ ਸ਼ਬਦ ਦਾ ਏਰੀਆ। ਕਿਹਦਾ ਏਰੀਆ ਜੀ? ਸ਼ਬਦ ਦਾ ਏਰੀਆ। ਇਸ ਤੋਂ ਅੱਗੇ ਚੱਲੀਏ, ਆਹ ਜਿਹੜੀ ਨੱਕ ਦੀ ਨੋਕ ਆ, ਇੱਥੇ ਆ ਮਨ। ਇੱਥੇ ਕੌਣ ਆਉਂਦਾ? ਮਨ। ਹੁਣ ਦੁਬਾਰਾ ਸਮਝ ਲਓ, ਮਾਲਕ ਜੋ ਉਹਦਾ ਪਾਰਟ ਹਿੱਸਾ ਆਤਮਾ ਇੱਥੇ ਅਤੇ ਮਨ ਇੱਥੇ। ਇੱਥੋਂ ਮਨ ਨੇਤਰਾਂ 'ਚ ਆਉਂਦਾ ਹੈ, ਇੱਥੋਂ ਮਨ ਨੇਤਰਾਂ 'ਚ ਆਉਂਦਾ ਹੈ। ਜਦੋਂ ਇੱਥੋਂ ਮਨ ਨੇਤਰਾਂ 'ਚ ਆਉਂਦਾ ਅਤੇ ਉਹ ਪਾਉਣ ਨਾਲ ਮਿਲਦਾ। ਕਿਹਦੇ ਨਾਲ ਮਿਲਦਾ ਜੀ? ਪਾਉਣ ਮੀਨਜ਼ ਹਵਾ, ਹਵਾ ਮੀਨਜ਼ ਸਾਹ। ਕਿਹਦੇ ਨਾਲ ਮਿਲਦਾ? ਸਵਾਸਾਂ ਨਾਲ ਮਿਲਦਾ। ਜਦੋਂ ਮਨ ਆ ਕੇ ਸਵਾਸਾਂ ਦੇ ਨਾਲ ਟੱਚ ਕਰਦਾ, ਦੇਖੋ ਸੁੱਤਿਆਂ ਪਿਆ ਸਵਾਸਾਂ ਨੂੰ ਛੱਡ ਜਾਂਦਾ ਨਾ, ਅਤੇ ਸਵੇਰੇ ਜਦੋਂ ਆਉਂਦਾ, ਜਦੋਂ ਸਵਾਸਾਂ ਨਾਲ ਟੱਚ ਕਰਦਾ ਆ ਕੇ, ਉਦੋਂ ਫਟਾਫਟ 9 ਦਰਵਾਜ਼ੇ ਖੁੱਲ੍ਹ ਜਾਂਦੇ ਆ ਅਤੇ 10ਵਾਂ ਬੰਦ ਹੋ ਜਾਂਦਾ ਅਤੇ ਮਾਲਕ ਪਿੱਛੇ ਹਟ ਜਾਂਦਾ। ਉਹਨੂੰ ਕਹਿੰਦੇ ਨੇ ਗੁਰਬਾਣੀ ਵਿੱਚ ਲਾਗਤ ਪਵਨ। ਲਾਗਤ ਪਵਨ, ਪਵਨ ਮੀਨਜ਼ ਜੋ ਸਾਹ ਲੈਂਦੇ ਆ। ਲਾਗਤ ਪਵਨ ਖਸਮ ਵਿਸਾਰਿਓ। ਖਸਮ ਦੇ ਨਾਲੋਂ ਵਿਛੜ ਗਏ ਜਦੋਂ ਪਾਉਣ ਦੇ ਨਾਲ ਮਿਲੇ ਆ ਕੇ। ਕਿਉਂ ਵਿਛੜ ਗਏ? ਕਿਉਂਕਿ 9 ਦਰਵਾਜ਼ੇ ਖੁੱਲ੍ਹ ਗਏ, 10ਵਾਂ ਬੰਦ ਹੋ ਗਿਆ। ਪੌਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਪਾਉਣ ਦੇ ਨਾਲ ਇਹ ਪ੍ਰਗਟ ਹੋ ਗਏ। ਪ੍ਰਗਟ ਮੀਨਜ਼ ਖੁੱਲ੍ਹ ਗਏ। ਇਹ 9 ਦਰਵਾਜ਼ਿਆਂ ਦੇ ਅੰਦਰ ਬਾਹਰ ਚੋਰਾਂ ਦਾ ਆਉਣਾ ਜਾਣਾ ਹੈ। ਚੋਰਾਂ ਦਾ ਫੁਰਨਿਆਂ ਦੁਆਰਾ। ਕਿਹਦੇ ਦੁਆਰਾ ਜੀ? ਵਿਚਾਰਾਂ ਦੁਆਰਾ। ਹੁਣ ਵਾਪਸੀ ਕਰਨੀ ਆਪਾਂ, ਜਿਵੇਂ ਆਏ ਆ ਨਾ ਐਵੇਂ ਹੀ ਵਾਪਸੀ ਕਰਨੀ ਹੈ। ਕਿੱਥੋਂ ਆਏ ਆਪਾਂ? ਸੌਂ ਕੇ ਕਿੱਥੇ ਜਾਂਦੇ ਆ? ਇੱਥੇ ਜਾਂਦੇ ਆ। ਅਤੇ ਸਵੇਰੇ ਆਉਂਦਾ ਮਨ ਇੱਥੋਂ 10ਵੇਂ ਦੁਆਰ ਦੇ ਵਿੱਚ ਦੀ ਹੁੰਦਾ ਹੋਇਆ ਇੱਥੇ ਆਉਂਦਾ। 10ਵੇਂ ਦੁਆਰ ਦੇ ਵਿੱਚ ਅਨਹਦ ਦਰਵਾਜ਼ੇ ਵੱਜਦੇ ਨੇ, ਉਹਨਾਂ ਨੂੰ ਭੁੱਲ ਜਾਂਦਾ, ਵਿਸਾਰ ਦਿੰਦਾ ਅਤੇ ਸੰਸਾਰ ਦੇ ਨਾਲ, ਸੰਸਾਰ ਦੀਆਂ ਕਿਰਿਆਵਾਂ ਦੇ ਨਾਲ ਜੁੜ ਜਾਂਦਾ। ਫਿਰ ਪਾਉਣ ਨੂੰ ਛੱਡ ਕੇ ਤ੍ਰੈਗੁਣ ਵਿਚਾਰਾਂ ਦੇ ਵਿੱਚ ਜਾਂਦਾ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹ ਸੂਖਮ ਮਾਇਆ ਹੈ।
ਜਿਵੇਂ ਉੱਧਰੋਂ ਆਇਆ ਇਵੇਂ ਇਹਨੂੰ ਵਾਪਸ ਲੈ ਕੇ ਜਾਂਦੇ ਨੇ ਕੌਣ? ਗੁਰਮੁਖ। ਜਿਵੇਂ ਆਉਂਦਾ ਉਵੇਂ ਉਹਨੂੰ ਵਾਪਸ ਚੱਲ, ਉਵੇਂ ਚੱਲ ਵਾਪਸ। ਅਤੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਪਤਾ ਨਹੀਂ ਵੀ ਕਿਵੇਂ ਆਇਆ ਕਿਵੇਂ ਜਾਣਾ, ਉਹ ਬਸ ਖਾ ਲਿਆ ਪੀ ਲਿਆ ਸੌਂ ਲਿਆ ਹੱਸ ਲਿਆ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ, ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਛੇਤੀ ਕਰ ਜਾਓ। ਕਹਿੰਦੇ ਆਪਦੀ ਇੱਜ਼ਤ ਲੈ ਕੇ ਆਪਦੀ ਪਤ ਲੈ ਕੇ ਆਪਦੇ ਘਰੇ ਚਲੇ ਜਾਓ, ਅਤੇ ਘਰੇ ਜੇ ਜਾਣਾ ਚਾਹੁੰਦੇ ਹੋ ਪ੍ਰਾਣੀ ਏਕੋ ਨਾਮ ਧਿਆਵੋ, ਸਿਰਫ ਇੱਕੋ ਹੀ ਨਾਮ ਧਿਆਵੋ। ਕਿਹੜਾ? ਅਨਹਦ। ਕਿਹੜਾ? ਮਾਲਕ ਦੀ ਆਵਾਜ਼, ਸੱਚਾ ਸ਼ਬਦ, ਉਹਦੇ ਵਿੱਚ ਧਿਆਨ ਲਾਓ। ਹੁਣ ਗੁਰਮੁਖ ਪਿਆਰਿਓ ਇੱਧਰ ਆ ਗਏ ਵਿਚਾਰਾਂ ਦੇ ਇਲਾਕੇ ਦੇ ਵਿੱਚ। ਹੁਣ ਇਹਨੂੰ ਵਾਪਸ ਕਿਵੇਂ ਲੈ ਕੇ ਜਾਣਾ? ਵਾਪਸ ਉਵੇਂ ਲੈ ਕੇ ਜਾਣਾ, ਸਭ ਤੋਂ ਪਹਿਲਾਂ ਇਹਨੂੰ ਪੌਣ 'ਚ ਮਿਲਾਉਣਾ ਹੈ। ਕਿੱਧਰ ਮਿਲਾਉਣਾ ਹੈ? ਕਿਹਨੂੰ? ਮਨ ਨੂੰ। ਪੌਣ ਸਾਡੇ ਅੰਦਰ ਜਾਂਦੀ ਹੈ, ਫਿਰ ਬਾਹਰ ਆਉਂਦੀ ਹੈ, ਫਿਰ ਜਾਂਦੀ ਹੈ, ਫਿਰ ਆਉਂਦੀ ਹੈ, ਸਵਾਸ ਆਈ ਜਾਂਦਾ ਜਾਈ ਜਾਂਦਾ। ਅਤੇ ਇਹਨੂੰ ਆਪਾਂ ਐਂ ਮਿਲਾਉਂਦੇ ਹਾਂ ਜਦੋਂ ਧੁਨ ਵਿੱਚ ਧਿਆਨ ਰੱਖਦੇ ਹਾਂ, ਵਾਹ ਗੁਰੂ। ਇਹ ਪੌਣ 'ਚ ਮਿਲਾ ਰਹੇ ਹਾਂ ਆਪਾਂ। ਕਿਹਨੂੰ? ਮਨ ਨੂੰ। ਜਦੋਂ ਮਨ ਪੌਣ ਵਿੱਚ ਮਿਲਣਾ ਸ਼ੁਰੂ ਹੋ ਗਿਆ, ਜਦੋਂ ਦੇਖਿਆ ਕਿ ਹੁਣ ਪੌਣ ਵਿੱਚ ਮਿਲ ਗਿਆ, ਫਿਰ ਇਹਨੂੰ ਰਾਹ ਪਾੜ ਦੇਣਾ ਆਪਾਂ। ਫਿਰ ਇਹਦਾ ਡੰਡੀ ਪਾੜ ਦੇਣੀ। ਕੀ ਕਰਨਾ ਫਿਰ ਆਪਾਂ? ਫਿਰ ਮਨ ਨੂੰ ਪੌਣ ਤੋਂ ਉੱਪਰ ਉਠਾ ਕੇ ਵਹਾ ਦਿਓ। ਅਤੇ ਹੁਣ ਜਿਹੜੇ ਸਵਾਸ ਨੇ, ਤੁਸੀਂ ਸਾਇਲੈਂਟ ਬੈਠੋਗੇ ਐਂ ਚੁੱਪ ਕਰਕੇ, ਤੁਸੀਂ ਇੱਥੇ ਦੇਖਦੇ ਹੋਵੋਗੇ, ਅਤੇ ਸਾਹ ਨੱਕ ਰਾਹੀਂ ਬਿਲਕੁਲ ਪਤਾ ਹੀ ਨਹੀਂ ਲੱਗਣਾ। ਤੁਸੀਂ ਧਿਆਨ ਨਹੀਂ ਦੇਣਾ ਸਵਾਸਾਂ ਵਾਲੇ ਪਾਸੇ। ਆਪਣੇ ਆਪ ਬਿਲਕੁਲ ਸਲੋ ਕਰਕੇ ਸਵਾਸ ਅੰਦਰ ਜਾਏਗਾ, ਸਲੋ ਕਰਕੇ ਬਾਹਰ ਆਏਗਾ। ਜ਼ਿਆਦਾ ਬਿਲਕੁਲ ਨਹੀਂ ਖੜਕਾ ਨਹੀਂ ਹੋਏਗਾ, ਮਹਿਸੂਸ ਹੀ ਕਰਨਾ। ਲੇਕਿਨ ਇਹਦੇ ਨਾਲੋਂ ਕਨੈਕਸ਼ਨ ਟੁੱਟ ਜਾਏਗਾ, ਤੁਹਾਡੀ ਇੱਥੇ ਟਿਕੀ ਲੱਗ ਜਾਏਗੀ, ਇੱਥੇ ਧਿਆਨ ਲੱਗ ਜਾਏਗਾ। ਮੈਂ ਟਰਾਈ ਕਰਦਾ ਤੁਹਾਨੂੰ ਦੱਸਣ ਦੀ, ਸਮਝਾਉਣ ਦੀ, ਕਰਕੇ ਦਿਖਾਉਣ ਦੀ। ਇਸ ਤਰ੍ਹਾਂ ਬੈਠ ਗਏ ਆਪਾਂ, ਇੱਥੇ ਦੇਖੀ ਜਾਣਾ। ਇੱਥੇ ਸਾਹ ਬੜਾ ਲੰਬਾ ਆਪਣੇ ਆਪ ਹੀ ਹੋ ਜਾਂਦਾ, ਬਹੁਤ ਲੰਬਾ ਹੋ ਜਾਂਦਾ। ਤੁਸੀਂ ਇੱਥੇ ਦੇਖੀ ਜਾਣਾ, ਪੌਣ ਨੇ ਨੱਕ ਰਾਹੀਂ ਤੁਸੀਂ ਸਵਾਸ ਨੂੰ ਰੋਕ ਕੇ ਰੱਖਣਾ, ਦੇਖੀ ਜਾਣਾ। ਪੌਣ ਨੇ ਨੱਕ ਰਾਹੀਂ ਹੌਲੀ ਹੌਲੀ ਅੰਦਰ ਚਲੀ ਜਾਣਾ। ਫਿਰ ਹੌਲੀ ਇਹਨੇ ਨੱਕ ਰਾਹੀਂ ਬਾਹਰ ਆ ਜਾਣਾ। ਪਰ ਤੁਸੀਂ ਇੱਥੇ ਦੇਖਣਾ ਨਹੀਂ ਛੱਡਣਾ। ਅਤੇ ਥੋੜ੍ਹੀ ਦੇਰ ਤੁਸੀਂ ਐਂ ਜਦੋਂ ਬੈਠ ਜਾਓਗੇ ਤਾਂ ਤੁਹਾਨੂੰ ਆਸੇ ਪਾਸੇ ਸਾਰਾ ਕੁਝ ਭੁੱਲ ਜਾਏਗਾ। ਇੱਥੋਂ ਤੱਕ ਕਿ ਤੁਹਾਨੂੰ ਆਪਦਾ ਜਿਹੜਾ ਇਹ ਸਰੀਰ ਆ ਇਹ ਵੀ ਭੁੱਲ ਜਾਏਗਾ ਵੀ ਸਰੀਰ ਨਾਲ ਹੈਗਾ ਕਿ ਨਹੀਂ ਹੈਗਾ। ਸਮਝ ਲੱਗੀ ਜੀ? ਇਹ ਅੱਜ ਆਪਾਂ ਇਹ ਅਭਿਆਸ ਕਰਨਾ ਬੈਠਣ ਵਾਲਾ ਨਾ, ਚੁੱਪ ਕਰਕੇ ਬੈਠਣਾ ਔਰ ਜ਼ਿਆਦਾ ਦੇਰ ਬੈਠਣਾ ਔਰ ਸਰੀਰ ਨਹੀਂ ਹਿਲਾਉਣਾ, ਬਿਲਕੁਲ ਸਰੀਰ ਦੀ ਹਰਕਤ ਨਹੀਂ ਕਰਾਉਣੀ, ਸਿਰਫ ਬੈਠਣਾ ਹੀ ਆ ਅਤੇ ਦੇਖੀ ਜਾਣਾ। ਅਤੇ ਇੱਥੇ ਜਿਹੜੇ ਗੁਰਮੁਖਾਂ ਨੂੰ ਸ਼ਬਦ ਸੁਣਾਈ ਦਿੰਦਾ ਉਹਨਾਂ ਨੇ ਸ਼ਬਦ ਜ਼ਰੂਰ ਸੁਣਨਾ। ਹੁਣ ਜਦੋਂ ਆਪਾਂ ਇੱਧਰੋਂ ਜਾਣਾ ਵਾਪਸ, ਜਿਵੇਂ ਆਇਆ ਉਵੇਂ ਇਹਨੂੰ ਵਾਪਸ ਲੈ ਕੇ ਜਾਣਾ। ਅਤੇ ਪਹਿਲਾਂ ਆਪਾਂ ਕੀ ਕੀਤਾ, ਇਹਨੂੰ ਪੌਣ 'ਚ ਮਿਲਾਇਆ, ਫਿਰ ਪੌਣ ਨਾਲੋਂ ਇਹਦਾ ਕਨੈਕਸ਼ਨ ਤੋੜ ਕੇ ਉਹਨੂੰ ਉੱਪਰ ਵਹਾਇਆ, ਪੌਣ ਤੋਂ ਉੱਪਰ ਵਹਾਤਾ। ਉੱਥੇ ਇਹ ਚੁੱਪ ਕਰਕੇ ਇਹਦਾ ਵਹਾਤਾ ਮੀਨਜ਼ ਮਨ ਦਾ ਆਸਣ ਲੱਗ ਗਿਆ। ਜੇ ਦੇਖ ਰਹੇ ਹੋ ਤਾਂ ਮਨ ਦਾ ਆਸਣ ਲੱਗਾ ਹੈ। ਅਤੇ ਧਿਆਨ ਧੁਨ 'ਚ ਰੱਖਣਾ। ਫਿਰ ਉਸ ਤੋਂ ਬਾਅਦ ਧਿਆਨ ਨੂੰ ਇੱਥੇ ਲੈ ਜਾਣਾ। ਫਿਰ ਥੋੜ੍ਹੀ ਦੇਰ ਬਾਅਦ ਕਿੱਥੇ ਲੈ ਜਾਣਾ? ਪਹਿਲਾਂ ਆਪਾਂ ਇਸ ਪੁਆਇੰਟ 'ਤੇ, ਫਿਰ ਇਸ 'ਤੇ, ਫਿਰ ਜਿੱਥੇ ਲੜ ਟੰਗਦੇ ਹਾਂ ਆਪਾਂ ਅਖੀਰਲਾ ਪੱਗ ਦਾ, ਇੱਥੇ ਉੱਚੀ ਜਗ੍ਹਾ 'ਤੇ ਹੁੰਦਾ ਨਾ, ਉਹ ਸਿਰ ਤੋਂ ਉੱਪਰ ਹੀ ਹੁੰਦਾ ਨਾ ਲੜ, ਇੱਥੇ ਫਿਰ ਆਪਾਂ ਲੈ ਜਾਣਾ। ਅੱਖ ਨਹੀਂ ਘੁਮਾਉਣੀ, ਸਿਰਫ ਖਿਆਲ ਲੈ ਜਾਣਾ। ਇੱਥੇ ਬੈਠੇ ਰਹਿਣਾ ਆਪਾਂ।
ਇੱਕ ਮੈਂ ਪ੍ਰੈਕਟੀਕਲ ਦੱਸਦਾ, ਤੁਸੀਂ ਕਰਕੇ ਵੇਖਿਓ। ਮੰਨ ਲਓ ਕੋਈ ਵਿਚਾਰ ਬਾਰ-ਬਾਰ ਆ ਰਿਹਾ ਅਤੇ ਤੁਸੀਂ ਤਜਰਬਾ ਕਰਨਾ ਹੈ। ਘਰ ਜਾ ਕੇ ਤੁਸੀਂ ਚਾਹੇ ਅੱਖਾਂ ਖੋਲ੍ਹੀਆਂ ਅਤੇ ਚਾਹੇ ਬੰਦ ਕੀਤੀਆਂ, ਅਤੇ ਇਹਨਾਂ ਸੁਰਤ ਨੂੰ ਉੱਪਰ ਲੈ ਜਾਓ ਅਤੇ ਉਹ ਤੁਹਾਨੂੰ ਟੈਨਸ਼ਨ ਭੁੱਲ ਜਾਏਗੀ। ਟੈਨਸ਼ਨ ਭੁੱਲ ਜਾਣੀ ਹੈ ਵੀ ਮੈਨੂੰ ਕੀ ਟੈਨਸ਼ਨ ਸੀ, ਕੀ ਮੈਂ ਸੋਚ ਰਿਹਾ ਸੀ ਪਹਿਲਾਂ ਜਾਂ ਸੋਚਦੀ ਸੀ, ਕਿਉਂਕਿ ਬਾਰ-ਬਾਰ ਤੁਸੀਂ ਇਹਨੂੰ ਫਿਰ ਉੱਤੇ ਲੈ ਜਾਓ, ਫਿਰ ਲੈ ਜਾਓ। ਅਭਿਆਸ ਕਰ ਲਓ, ਫਿਰ ਉੱਪਰ ਪਰਮਾਨੈਂਟ ਹੀ ਟਿਕਣ ਲੱਗ ਜਾਏਗਾ। ਉੱਪਰ ਅਭਿਆਸ ਕਰਨ ਦੇ ਨਾਲ ਟਿਕੇਗਾ। ਬਾਰ-ਬਾਰ ਅੱਖ ਨੂੰ ਘੁਮਾਉਣਾ ਨਹੀਂ, ਐ ਨਹੀਂ ਜਾਣਾ, ਰੱਖਣੀ ਐਂ ਹੀ ਅੱਖ, ਜਿਵੇਂ ਆਪਾਂ ਖੜ੍ਹੇ, ਮੈਂ ਹੁਣ ਥੱਲੇ ਹੀ ਹਾਂ ਨਾ, ਐ ਨਾ ਆਰਾਮ ਨਾਲ ਨੋਰਮਲ ਦੇਖ ਰਿਹਾ ਸਾਹਮਣੇ, ਖਿਆਲ ਰੱਖ ਲੈਣਾ ਉੱਪਰ। ਇੱਕ ਤਾਂ ਇਹ ਹੋ ਗਿਆ ਪੁਆਇੰਟ। ਹੁਣ ਦੂਸਰਾ ਪੁਆਇੰਟ ਜਿਹੜਾ ਅੰਦਰ ਦੀ ਜਾਣਾ, ਜਿਹੜਾ ਅੰਦਰ ਦੀ ਜਾਣਾ, ਉਹ ਜਾਣਾ ਤੁਸੀਂ ਸ਼ਬਦ ਨੂੰ ਸੁਣ ਕੇ। ਕਿਹਨੂੰ ਸੁਣ ਕੇ? ਸ਼ਬਦ ਨੂੰ ਅੱਗੇ ਰੱਖਣਾ ਅਤੇ ਮਨ ਨੂੰ, ਸੁਰਤੀ ਨੂੰ ਪਿੱਛੇ ਰੱਖਣਾ। ਇਹ ਕਿਵੇਂ ਰੱਖਣਾ? ਜੇ ਤੁਸੀਂ ਸ਼ਬਦ ਸੁਣ ਰਹੇ ਹੋ, ਉੱਪਰ ਜਾਣ ਲੱਗਿਆ ਸੁਰਤੀ ਸਿੱਧੀ, ਕਈ ਗੁਰਮੁਖ ਕਹਿੰਦੇ ਜੀ ਇੱਥੋਂ ਨਾ ਗਿੱਠ ਮਿਣ ਕੇ ਉੱਪਰ ਧਿਆਨ ਲਾ ਲਓ। ਹਾਂਜੀ, ਅਤੇ ਮਹਾਰਾਜ ਤਾਂ ਕਹਿੰਦੇ ਸ਼ਬਦ ਤੋਂ ਬਿਨਾਂ ਤਾਂ ਮਿਲਾਪ ਹੀ ਹੈ ਨਹੀਂ ਪ੍ਰਭੂ ਦਾ। ਕਾਹ ਤੋਂ ਐਵੇਂ ਕਿਆਫੇ ਲਾਈ ਜਾਂਦੇ ਹੈ ਨਾ। ਸੰਗਤ ਨੂੰ ਡਬਲ ਮਾਈਂਡ ਕਰ ਰਹੇ ਆ ਗੁਰਮੁਖ, ਨਹੀਂ ਕਰਨਾ ਚਾਹੀਦਾ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ, ਬਾਰ-ਬਾਰ ਅਨਹਦ ਸ਼ਬਦ, ਨਾਮ ਸੱਚਾ ਸ਼ਬਦ, ਕਿੰਗਰੀ ਸ਼ਬਦ, ਗੁਪਤੀ ਬਾਣੀ, ਫਿਰ ਉਹਦਾ ਕੋਈ ਮਹੱਤਵ ਹੀ ਨਹੀਂ ਰਹਿ ਗਿਆ। ਜੇ ਸਿੱਧਾ ਹੀ ਜਾਣਾ ਹੁੰਦਾ ਤਾਂ ਫਿਰ ਮਹਾਰਾਜ ਇਹਦੇ ਬਾਰੇ ਇੰਨਾ ਕੁਛ ਲਿਖਿਆ ਹੈ ਗੁਰਬਾਣੀ 'ਚ। ਇੰਨਾ ਕਿਹੜਾ ਸ਼ਬਦ ਆ ਜਿਹਦੇ 'ਚ ਨਾਮ ਜਾਂ ਅਨਹਦ ਜਾਂ ਕਿੰਗਰੀ ਜਾਂ ਹੋਰ ਵਰਡ ਨਹੀਂ ਆਉਂਦਾ? ਸੱਚੇ ਸ਼ਬਦ ਦਾ ਹਰ ਇੱਕ ਪੰਕਤੀ 'ਚ ਆਉਂਦਾ। ਅਤੇ ਫਿਰ ਇਹਦੀ ਕੋਈ ਮਹੱਤਤਾ ਹੀ ਹੈ ਨਹੀਂ। ਇਹਦੀ ਬਹੁਤ ਵੱਡੀ ਮਹੱਤਤਾ ਹੈ। ਤੁਸੀਂ ਇਹਨੂੰ, ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਗਿਆ ਸੀ ਨਾ ਵੀ ਤੁਸੀਂ ਕਦੋਂ ਆਏ, ਹੈ ਨਾ, ਕੌਣ ਗੁਰੂ ਸੀ ਤੁਹਾਡਾ? ਉਹ ਕਹਿੰਦੇ ਵੀ ਪਵਨ ਆਰੰਭ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਹ ਕਹਿੰਦੇ ਜਦੋਂ ਪਵਨ ਆਰੰਭ ਹੋਈ ਸੀ, ਪਵਨ ਆਰੰਭ ਹੋਈ ਸੀ, ਅਤੇ ਪਵਨ ਆਰੰਭ ਤਾਂ ਉਦੋਂ ਹੋਈ ਸੀ ਇੱਕ ਵਾਰੀ ਜਦੋਂ ਮਾਲਕ ਨੇ ਸ੍ਰਿਸ਼ਟੀ ਰਚੀ ਸੀ। ਇੱਕ ਪਵਨ ਆਰੰਭ ਹੁੰਦੀ ਸਵੇਰੇ, ਜਦੋਂ ਅਸੀਂ ਸਰੀਰ ਵਿੱਚ ਆਉਂਦੇ ਹਾਂ, ਕਿਉਂਕਿ ਪਵਨ ਨਾਲੋਂ ਟੁੱਟੇ ਹੁੰਦੇ ਹਾਂ ਨਾ, ਸੁੱਤੇ ਹੁੰਦੇ ਹਾਂ ਤਾਂ ਪੌਣ ਨਾਲੋਂ ਟੁੱਟੇ ਹੁੰਦੇ ਹਾਂ, ਨਾ ਤਾਂ ਟੁੱਟਿਆ ਹੁੰਦਾ। ਅਤੇ ਉਹ ਕਹਿੰਦੇ ਜਦੋਂ ਪਵਨ ਆਰੰਭ ਹੋਈ, ਸਤਿਗੁਰ ਦਾ ਸਮਾਂ ਸੀ, ਸਤਿਯੁਗ ਦਾ, ਕਿਉਂਕਿ ਉੱਥੇ ਕੋਈ ਫੁਰਨਾ ਨਹੀਂ ਸੀ। ਅਤੇ ਜਦੋਂ ਉੱਧਰੋਂ ਆਏ ਹਾਂ ਅਤੇ ਉਹ ਸਾਡਾ ਜਿਹੜਾ ਗੁਰੂ ਸੀ ਉਹ ਸ਼ਬਦ ਸੀ। ਸ਼ਬਦ ਮੀਨਜ਼ ਅਨਹਦ ਸ਼ਬਦ ਸੀ, ਅਤੇ ਸੁਰਤ ਨੂੰ ਚੇਲਾ ਬਣਾਉਣਾ। ਹੁਣ ਉੱਧਰੋਂ ਇੱਧਰ ਆ ਗਏ ਸ਼ਬਦ ਨੂੰ ਛੱਡ ਕੇ, ਅਤੇ ਵਾਪਸ ਜਾਣ ਲੱਗੇ ਸ਼ਬਦ ਨੂੰ ਪਕੜਨਾ ਤਾਂ ਪਏਗਾ ਨਾ। ਮਤਲਬ ਕਹਿੰਦਾ ਵੀ ਤੁਸੀਂ ਆ ਧਿਆਨ 'ਚ ਬੈਠੇ ਹੋ, ਸ਼ਬਦ ਨੂੰ ਸੁਣੋ। ਸ਼ਬਦ ਨੂੰ ਸੁਣਦਿਆਂ ਹੋਇਆਂ ਸ਼ਬਦ ਤੇਜ਼ ਹੋਏਗਾ। ਸ਼ਬਦ ਦੀ ਜਿੱਥੇ ਅਸਲ ਜਗ੍ਹਾ ਹੈ, ਜਿੱਥੋਂ ਉਹ ਐਂਟਰੀ ਕਰ ਰਿਹਾ ਸ਼ਬਦ ਆਪਣੇ ਅੰਦਰ, ਉੱਧਰ ਨੂੰ ਸ਼ਬਦ ਨੇ ਸਾਡੀ ਸੁਰਤੀ ਨੂੰ ਆਪਣੇ ਆਪ ਹੀ ਲੈ ਜਾਣਾ। ਠੀਕ ਹੈ ਜੀ। ਸ਼ਬਦ ਮਰੇ ਫਿਰ ਜੀਵੇ ਸਦ ਹੀ। ਹੁਣ ਇੱਥੇ ਕਈ ਗੁਰਮੁਖ ਸ਼ਬਦ ਤੇਜ਼ ਹੁੰਦਾ, ਡਰ ਜਾਂਦੇ ਨੇ। ਡਰਨਾ ਸੁਭਾਵਿਕ ਆ, ਕਿਉਂਕਿ ਕਦੀ ਸੁਣਿਆ ਹੀ ਨਹੀਂ ਹੁੰਦਾ ਵੀ ਇੰਨੀ ਵੀ ਤੇਜ਼ ਆਵਾਜ਼ ਹੋ ਸਕਦੀ ਹੈ। ਆਪਾਂ ਤਾਂ ਸਹਿਜ ਧੁਨ ਸੁਣ ਰਹੇ ਹਾਂ, ਕਤੂਰ ਵੱਜਦਾ ਹੈ ਨਾ, ਗੋਬਿੰਦ ਗੱਜਦਾ, ਉਹ ਬਹੁਤ ਜ਼ਿਆਦਾ ਤੇਜ਼ ਆਵਾਜ਼ ਹੋ ਜਾਂਦੀ ਹੈ। ਜੇ ਤੁਸੀਂ ਸ਼ਬਦ ਨੂੰ ਸੁਣ ਕੇ ਚਲੇ ਗਏ ਮਾਲਕ ਦੇ ਕੋਲੇ, ਫਿਰ ਤੁਸੀਂ ਜੰਮਣ ਮਰਨ ਤੋਂ ਉੱਪਰ ਉੱਠ ਖੜੋਗੇ। ਤੁਹਾਡਾ ਜਿਹੜਾ ਮਨ ਆ, ਤਾਂ ਫਿਰ ਕੀ ਬਣ ਜਾਏਗਾ? ਸ਼ਬਦ ਕੀ ਬਣ ਜਾਏਗਾ? ਨਾਮ ਕੀ ਬਣੇਗਾ? ਫਿਰ ਮਨ ਹੀ ਨਾਮ ਬਣ ਜਾਏਗਾ, ਮਨ ਹੀ ਆਤਮਾ ਬਣ ਜਾਏਗਾ, ਮਨ ਹੀ ਆਤਮਾ ਬਣ ਜਾਏਗਾ। ਅਤੇ ਆਤਮਾ ਅਤੇ ਪਰਮਾਤਮਾ ਹੈ ਨੀ, ਉਹ ਮਨ ਜਦੋਂ ਇੱਥੇ ਜਾਂਦਾ ਅਤੇ ਉਹ ਆਤਮਿਕ ਪ੍ਰਕਾਸ਼ ਹੁੰਦਾ ਵਾਈਟ। ਅਤੇ ਉਸ ਤੋਂ ਅੱਗੇ ਜਦੋਂ ਜਾਂਦਾ ਮਨ, ਅਤੇ ਇੱਕ ਪ੍ਰਕਾਸ਼ ਉਹ ਆ ਜਰੇ ਜਰੇ ਵਿੱਚ। ਉਸ ਤੋਂ ਉੱਪਰ ਮੈਂ ਅੱਜ ਫਿਰ ਇੱਕ ਨਿਖੇੜਾ ਕਰਦਾ। ਭਾਈ ਸਾਹਿਬ ਜੀ ਦੀ ਬੁੱਕਸ ਦੇਖ ਲਓ, ਪਹਿਲੀ ਬੁੱਕਸ
ਤੇ ਉਹਦੇ 'ਚ ਧਰਤੀ ਬਣਾਈ ਦਿਖਾਈ ਗਈ ਹੈ। ਕੀ ਬਣਾਈ ਦਿਖਾਈ ਗਈ? ਧਰਤੀ ਦਿਖਾਈ ਗਈ। ਉਸ ਤੋਂ ਬਾਅਦ ਦੇਖੋ ਗੌਰ ਦੇ ਨਾਲ, ਉਹਦੇ ਬਾਹਰਲੇ ਪਾਸੇ ਇੱਕ ਲਾਈਨ ਹੋਰ ਆ। ਮੈਂ ਤੁਹਾਨੂੰ ਹੁਣ ਅੱਜ ਬੋਲ ਕੇ ਨਹੀਂ ਦੱਸਣਾ, ਤੁਸੀਂ ਖੁਦ ਦੇਖ ਲਿਓ। ਉੱਥੇ ਅਲੱਗ-ਅਲੱਗ ਲਿਖਿਆ ਹੋਇਆ ਗੋਲਾਈ 'ਚ, ਅਬਚਲ ਨਗਰ, ਬੇਗਮਪੁਰਾ, ਸੱਚਖੰਡ, ਸਾਰੇ ਨਾਂ ਦਿੱਤੇ ਨੇ ਗੋਲ। ਉਹਦਾ ਕਲਰ ਕਿਹੋ ਜਿਹਾ ਦਿੱਤਾ ਭਾਈ ਸਾਹਿਬ ਨੇ? ਕਲਰ ਕਿਹੋ ਜਿਹਾ ਦਿੱਤਾ? ਗੋਲਡਨ। ਕਿਸ ਤਰ੍ਹਾਂ ਦਾ ਦਿੱਤਾ ਹੈ? ਗੋਲਡਨ ਕਲਰ ਦਿੱਤਾ। ਗੌਰ ਕਰਿਓ, ਜੇ ਤੁਹਾਡੇ ਕੋਲ ਕੋਈ ਹੈਗੀ ਹੈ ਨਾ ਤਾਂ ਉਹ ਨਕਸ਼ਾ ਦੇਖਿਓ। ਵਾਹਿਗੁਰੂ ਭਾਈ ਸਾਹਿਬ ਜੀ ਨੇ ਐਵੇਂ ਨਹੀਂ ਸਾਰੀਆਂ ਚੀਜ਼ਾਂ ਚੁਣ ਚੁਣ ਕੇ ਲਾਈਆਂ ਨੇ, ਕਿਉਂਕਿ ਉਹ ਤਾਂ ਜਾਗੇ ਹੋਏ ਸੀ। ਉਹ ਤਾਂ ਜਾਗੇ ਹੋਏ ਸੀ। ਸੁੱਤਾ ਮਨ ਕਿੰਤੂ ਪਰੰਤੂ ਕਰੇਗਾ, ਜਾਗਿਆ ਮਨ ਤਾਂ ਨਹੀਂ ਨਾ ਕਰੇਗਾ। ਹੁਣ ਜਾਗੇ ਮਨ ਨੇ ਉਹ ਨਕਸ਼ਾ ਬਣਾਇਆ। ਕਿਹਨੇ ਬਣਾਇਆ ਜੀ? ਜਾਗੇ ਹੋਏ ਮਨ ਭਾਈ ਸਾਹਿਬ ਜੀ ਨੇ ਉਹ ਨਕਸ਼ਾ ਤਿਆਰ ਕਰਵਾਇਆ ਕੋਲੇ ਬਹਿ ਕੇ, ਅਤੇ ਉਹ ਫਿਰ ਲਾਈਨਿੰਗ ਦਿੱਤੀ ਹੋਈ ਆ। ਗੌਰ ਕਰਿਓ ਹੈ ਨਾ। ਅਤੇ ਤੁਸੀਂ 100% ਮੰਨ ਕੇ ਚੱਲਣਾ, ਜੋ ਆਪਾਂ ਇੱਥੇ ਪ੍ਰਚਾਰ ਕਰਦੇ ਹਾਂ ਗੁਰੂ ਸਰ ਕੌਂਕੇ ਦੀ ਧਰਤੀ ਤੋਂ, ਗੁਰਦੁਆਰਾ ਪ੍ਰਭ ਮਿਲਣਗਾ ਚਾਓ, ਗੁਰੂ ਸਰ ਕੌਂਕੇ, ਗੁਰਮਤਿ ਮੈਡੀਟੇਸ਼ਨ, ਸੱਚ ਨੌ ਵਡਿਆਈ ਵਿਚਾਰ, ਇੱਥੋਂ ਉਹੀ ਕੁਛ ਦੱਸਿਆ ਜਾ ਰਿਹਾ ਜੋ ਭਾਈ ਸਾਹਿਬ ਜੀ ਨੇ ਆਪਣੇ ਮੁੱਖ 'ਚੋਂ ਕਿਹਾ ਹੈ, ਜੋ ਮੁੱਖ 'ਚੋਂ ਕਹਿ ਕੇ ਗਏ ਨੇ, ਉਸੇ ਚੀਜ਼ ਨੂੰ ਹੀ ਅੱਗੇ ਪੇਸ਼ ਕੀਤਾ ਜਾ ਰਿਹਾ। ਸਾਨੂੰ ਗਿਆਨ ਜਦੋਂ ਦਿੱਤਾ ਸੀ, ਉਹ ਕਹਿੰਦੇ ਪੁੱਤ ਜੋ ਤੁਹਾਨੂੰ ਅਸੀਂ ਦੱਸ ਰਹੇ ਹਾਂ ਨਾ, ਤੁਸੀਂ ਉਸ ਮੁਤਾਬਕ ਚੱਲਣਾ। ਤੁਸੀਂ ਉਹਨਾਂ ਨੇ ਜੋ ਦੱਸਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚੋਂ ਦੱਸਿਆ, ਅਤੇ ਅਸੀਂ ਕੋਸ਼ਿਸ਼ ਕੀਤੀ ਵੀ ਉਹਨਾਂ ਦੇ ਮੁਤਾਬਕ ਹੀ ਦੱਸਿਆ ਜਾਵੇ, ਗੁਰਬਾਣੀ ਤੋਂ ਬਾਹਰ ਕੋਈ ਗੱਲ ਨਾ ਕੀਤੀ ਜਾਵੇ। ਤੁਹਾਡਾ ਮੈਂ ਇੱਕ ਦ੍ਰਿੜ ਵਿਸ਼ਵਾਸ ਪਿੱਛੇ ਜੇ ਬਣਾਇਆ ਸੀ, ਦੁਬਾਰਾ ਮੈਂ ਫਿਰ ਯਾਦ ਕਰਾ ਦਿੰਦਾ। ਕਿਸੇ ਵੀ ਪੁਆਇੰਟ ਦੀ ਸਮਝ ਨਾ ਲੱਗਦੀ ਹੋਵੇ, ਠੀਕ ਹੈ ਜੀ, ਸਹਿਜ ਵਿੱਚ ਜਾਣ ਲੱਗੇ ਬੇਨਤੀ ਕਰ ਦਿਓ ਵੀ ਮਹਾਰਾਜ ਆਹ ਸ਼ਬਦ ਦੀ, ਇਹ ਸ਼ਬਦ ਕਿੱਥੋਂ ਦੀ ਅਵਸਥਾ ਦੀ ਗੱਲ ਕਰਦਾ ਵੀ ਮਹਾਰਾਜ ਮੈਂ ਤੇਰਾ ਅਨਭੋਲ ਬੱਚਾ। ਕੀ ਹੈ ਜੀ? ਅਨਭੋਲ ਬੱਚਾ। ਮੈਨੂੰ ਨਹੀਂ ਪਤਾ ਮਹਾਰਾਜ, ਤੁਸੀਂ ਮੈਨੂੰ ਜਨਾਓ, ਮੈਂ ਜਾਣਨਾ ਚਾਹੁੰਦਾ, ਇਹ ਮੈਂ ਭੇਦ ਲੈਣਾ ਚਾਹੁੰਦਾ। ਅਤੇ ਗੁਰੂ ਪਿਆਰਿਓ ਯਕੀਨ ਕਰਿਓ, ਸਹਿਜ ਵਿੱਚ ਮਾਲਕ ਤੁਹਾਨੂੰ ਜਨਾਏਗਾ ਹੀ ਜਨਾਏਗਾ। ਅਸੀਂ ਦੁਨਿਆਵੀ ਚੀਜ਼ਾਂ ਮੰਗ ਕੇ ਤਾਂ ਸਹਿਜ ਵਿੱਚ ਜਾਂਦੇ ਹਾਂ, ਪਰ ਇੱਕ ਕਦੀ ਖੋਜੀ ਬਣ ਕੇ ਸਹਿਜ ਵਿੱਚ ਗਏ? ਖੋਜੀ ਬਣੋ। ਅਤੇ ਜੇ ਉਹ ਮਾਲਕ ਨੇ ਸਹਿਜ ਵਿੱਚ ਜਨਾ ਦਿੱਤਾ, ਪੁਆਇੰਟ ਕਲੀਅਰ ਕਰਾ ਦਿੱਤਾ, ਚਾਹੇ ਉਹ ਕਿਸੇ ਦਾ ਵੀ ਆਕਾਰ ਲੈ ਕੇ ਮਾਲਕ ਆ ਸਕਦਾ ਹੈ, ਕਿਸੇ ਦਾ ਵੀ ਆਏਗਾ ਮਾਲਕ, ਆਕਾਰ ਲੈ ਲਏਗਾ। ਉਹਨਾਂ ਬੱਚਿਆਂ ਦੇ ਆਕਾਰ ਲੈਂਦਾ ਹੈ ਜਿਹੜੇ ਬੱਚੇ ਫੌਜ ਵਿੱਚ ਭਰਤੀ ਹੋ ਜਾਂਦੇ ਨੇ ਅਤੇ ਹੁਕਮ 'ਚ ਚੱਲਦੇ ਨੇ, ਆਗਿਆ ਦੇ ਵਿੱਚ ਰਹਿੰਦੇ ਨੇ। ਉਹਨਾਂ ਬੱਚਿਆਂ ਦੇ ਮਾਲਕ ਆਕਾਰ ਲੈ ਕੇ ਆਪ ਆ ਜਾਂਦਾ। ਔਰ ਇਹ ਵੀ ਦੱਸ ਦਈਏ, ਜਿਹੜੇ ਹੋਰ ਵੀ ਅੱਗੇ ਮਾਲਕ ਨਾਲ ਪਿਆਰ ਗੂੜਾ ਪੈ ਜਾਂਦਾ, ਫਿਰ ਮਾਲਕ ਉਹਨਾਂ ਬੱਚਿਆਂ ਦੇ ਇੱਕ ਸੂਖਮ ਦੇ ਕਈ ਸੂਖਮ ਤਿਆਰ ਕਰ ਦਿੰਦਾ। ਇਹ ਆਪਣੀ ਸੰਗਤ ਵਿੱਚ ਪ੍ਰੈਕਟੀਕਲ ਹੋ ਰਹੇ ਆ ਬੱਚਿਆਂ ਦੇ। ਅਸੀਂ ਇਹ ਕਈ ਚਿਰ ਪਹਿਲਾਂ ਦੱਸਦਾ ਸੀ, ਉਹ ਹੁਣ ਦੱਸ ਰਹੇ ਨੇ ਜੀ ਵੀ ਮੈਂ ਇੱਕ ਆ ਖੜਾ, ਇੱਕ ਉਹ ਜਾ ਰਿਹਾ, ਇੱਕ ਮੈਂ ਆ ਖੜਾ, ਇੱਕ ਮੈਂ ਉਹ ਜਾ ਰਿਹਾ। ਅਤੇ ਉਹ ਕੀ ਸੀ? ਇਹਦਾ ਮਤਲਬ ਕਿ ਇੱਕ ਸੂਖਮ ਦੇ ਦੋ ਤਿਆਰ ਕਰਤੇ। ਅਤੇ ਮਾਲਕ ਦੀ ਇੱਛਾ ਹੋਵੇ ਕਿੰਨੇ ਮਰਜ਼ੀ ਤਿਆਰ ਕਰ ਸਕਦਾ, ਕਿਉਂਕਿ ਦੁਨੀਆ ਬਣਾਉਣ ਵਾਲਾ ਉਹ ਆ, ਸਮਰੱਥ ਆ ਉਹ। ਇਸ ਕਰਕੇ ਅਸੀਂ ਆਡਾ ਮਾਲਕ ਨਾਲ ਨਹੀਂ ਲਾਉਣਾ, ਅਸੀਂ ਮਾਲਕ ਨੂੰ ਪਿਆਰ ਕਰਨਾ। ਕੀ ਕਰਨਾ ਹੈ? ਪਿਆਰ ਕਰਨਾ। ਅਤੇ ਕਈ ਗੁਰਮੁਖਾਂ ਨੂੰ ਵਿਚਾਰਿਆਂ ਨੂੰ ਪ੍ਰੈਕਟੀਕਲ ਨਹੀਂ ਹੁੰਦਾ, ਅਤੇ ਉਹ ਮਾਲਕ ਨਾਲ ਹੀ ਆਡਾ ਲਾ ਲੈਂਦੇ ਆ, ਕਹਿੰਦੇ ਰੱਬ ਹੀ ਹੈ ਨਹੀਂ। ਹਾਂਜੀ, ਨਾ ਨਾ ਨਾ, ਮਹਾਰਾਜ ਨੇ ਬਾਣੀ 'ਚ ਦੱਸਿਆ ਰੱਬ ਹੈਗਾ, ਅਤੇ ਫਿਰ ਮੰਨੋ ਵੀ ਰੱਬ ਹੈਗਾ, ਦੁਨੀਆ ਬਣਾਉਣ ਵਾਲਾ ਹੈਗਾ, ਸਾਨੂੰ ਸਾਰਿਆਂ ਨੂੰ ਸਵਾਸ ਦੇਣ ਵਾਲਾ ਹੈਗਾ, ਸਾਨੂੰ ਰਿਸ਼ਤੇਦਾਰ ਦੋਸਤ ਮਿੱਤਰ ਦੇਣ ਵਾਲਾ ਹੈਗਾ। ਜਿਨ ਦੀਆ ਤੁਧ ਪਵਨ ਅਮੋਲਾ, ਅਮੋਲਾ ਵੀ ਕੀਮਤਾਂ ਤੋਂ ਪਰੇ ਪਵਨ ਸਾਹ ਦੇ ਰਿਹਾ। ਜਿਨ ਦੀਆ ਬੰਤਾ ਔਰ ਮੀਤਾ, ਰਿਸ਼ਤੇਦਾਰ ਦਿੱਤੇ ਹੈ ਨਾ, ਅਤੇ ਦੋਸਤ ਦਿੱਤੇ। ਕਿਹਨੇ ਦਿੱਤੇ? ਮਾਲਕ ਨੇ ਦਿੱਤੇ। ਉਹਨੂੰ ਕਿਉਂ ਭੁੱਲਦੇ ਆਪਾਂ? ਅਤੇ ਇਸ ਠਾਕੁਰ ਕੋ ਰੱਖ ਲਿਓ ਚੀਤਾ, ਵੀ ਉਹਨੂੰ ਆਪਦੇ ਚਿੱਤ ਵਿੱਚ ਰੱਖੋ।
ਚੇਤਮੀਂਜ ਧਿਆਨ ਵਿੱਚ ਰੱਖੋ, ਮਨ ਵਿੱਚ ਰੱਖੋ। ਕਿੱਥੇ ਰੱਖੋ ਜੀ? ਕੰਮਕਾਰ ਕਰੀ ਚਲੋ ਅਤੇ ਯਾਦਸਤ ਮਾਲਕ ਵੱਲ ਰੱਖੋ। ਹੁਣ ਗੁਰਮੁਖ ਪਿਆਰਿਓ, ਇਸ ਚੀਜ਼ ਦੀ ਤਾਂ ਨਹੀਂ ਸਮਝ ਲੱਗਦੀ ਕਿਉਂਕਿ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦ੍ਰਿਸ਼ਮਾਨ ਨਾਲ ਜੁੜੇ ਹੋਏ ਹਾਂ ਅਤੇ ਦ੍ਰਿਸ਼ਮਾਨ 'ਤੇ ਭਰੋਸਾ ਕਰਦੇ ਹਾਂ। ਕਿਹਦੇ 'ਤੇ ਭਰੋਸਾ ਕਰਦੇ ਜੀ? ਦ੍ਰਿਸ਼ਮਾਨ 'ਤੇ ਭਰੋਸਾ ਕਰਦੇ ਹਾਂ। ਹੁਣ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਕਿਹਦੇ 'ਤੇ ਭਰੋਸਾ ਕੀਤਾ? ਅਦਿੱਖ 'ਤੇ। ਕਿਹਦੇ 'ਤੇ ਕੀਤਾ ਜੀ? ਅਦਿੱਖ 'ਤੇ ਭਰੋਸਾ ਕੀਤਾ। ਕਿਉਂਕਿ ਉਹ ਜਿਨ੍ਹਾਂ ਦਾ ਪ੍ਰੈਕਟੀਕਲ ਨਹੀਂ ਸੀ ਉਹਨਾਂ ਨੂੰ ਅਦਿੱਖ ਦਿਸਦਾ ਨਹੀਂ ਸੀ, ਜਿਨ੍ਹਾਂ ਦਾ ਪ੍ਰੈਕਟੀਕਲ ਸੀ ਉਹਨਾਂ ਨੂੰ ਅਦਿੱਖ ਦਿਸਦਾ ਸੀ। ਉਹ ਕਹਿੰਦੇ ਵੀ ਦ੍ਰਿਸ਼ਮਾਨ ਦਾ ਆਉਂਦਾ ਆਏਗਾ ਅਤੇ ਅਦਿੱਖ ਦਾ ਸਾਰਿਆਂ ਦੇ ਸਾਹਮਣੇ ਅਤੇ ਨਾਲ ਖੜਾ। ਬਾਬਾ ਨਾਮਦੇਵ ਜੀ ਦੀ ਰੱਖਿਆ ਕਿਹਨੇ ਕੀਤੀ? ਅਦਿੱਖ ਨੇ ਕੀਤੀ ਨਾ। ਹਾਂਜੀ, ਅਤੇ ਉਹਨਾਂ ਨੂੰ ਹਾਥੀ ਅੱਗੇ ਕਹਿੰਦੇ ਵੀ ਮਾਰ ਦਿੱਤਾ ਜਾਏ, ਸਿੱਟ ਦਿੱਤਾ ਜਾਏ ਅੱਗੇ, ਅਤੇ ਉਹ ਹਾਥੀ ਨਮਸਕਾਰ ਕਰਕੇ ਮੁੜਿਆ ਆਇਆ, ਕਿਉਂਕਿ ਹਾਥੀ ਵਿੱਚ ਵੀ ਜੋਤ ਕਹਿੰਦੇ ਸੀ ਮਾਲਕ ਦੀ, ਅਤੇ ਉਹ ਜੋਤ ਦਾ ਉਹਨਾਂ ਨੇ ਕਮਾਤਾ ਅਤੇ ਉਹ ਨਮਸਕਾਰ ਕੀਤੀ, ਵਾਪਸ ਆ ਗਿਆ। ਠੀਕ ਹੈ ਨਾ ਜੀ? ਉਹ ਅਦਿੱਖ ਆਪਣੇ ਸਾਰਿਆਂ ਦੇ ਸਾਹਮਣੇ ਆ। ਇਹਦੇ 'ਤੇ ਭਰੋਸਾ ਉਹਨਾਂ ਦਾ ਸੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਆਰੇ ਨਾਲ ਚੀਰੇ ਗਏ, ਹਾਂਜੀ, ਦੇਗਾਂ 'ਚ ਉਬਾਲੇ ਗਏ, ਸੀਸ ਕੱਟਣ ਤੋਂ ਬਾਅਦ ਜੰਗ ਕਰਦੇ ਰਹੇ, ਬੰਦ ਕਟਾ 'ਤੇ ਤੱਤੀ ਤਵੀ 'ਤੇ ਬਹਿ ਗਏ। ਹਾਂਜੀ, ਉਹਨਾਂ ਨੂੰ ਅਦਿੱਖ ਦਿਸਦਾ ਸੀ। ਸਿਫਾਰਸ਼ੀ ਬੰਦਾ ਦ੍ਰਿਸ਼ਮਾਨ ਉਹ ਤਾਂ ਕਦੋਂ ਆਊਗਾ? ਇਹ ਤਾਂ ਸਾਹਮਣੇ ਸੀ। ਇਹਦੇ ਨਾਲ ਪਿਆਰ ਪਾਉਣਾ, ਇਹਦੇ ਨਾਲ ਪਿਆਰ ਪਾਉਣ ਵਾਸਤੇ ਮੈਂ ਤੁਹਾਨੂੰ ਬੜੇ ਦਾਅਵੇ ਨਾਲ ਕਹਿੰਦਾ ਕਿ ਗੁਰਮੁਖੋ ਬਸ ਇੱਕ ਸਿਮਰਨ ਵਾਹਿਗੁਰੂ ਗੁਰਮੰਤਰ, ਇਹ ਸਾਡੇ ਗੁਰੂਆਂ ਨੇ ਕਿਹਾ ਹੈ ਅਤੇ ਅਸੀਂ ਕਰਨਾ ਹੀ ਕਰਨਾ, ਚਾਹੇ ਸਾਨੂੰ ਕੋਈ ਜਿੰਨਾ ਮਰਜ਼ੀ ਮਨਾ ਕਰੇ। ਉਹਨੂੰ ਕਹਿਣਾ ਨਾ ਜੀ, ਸਾਡੇ ਗੁਰੂ ਨੇ ਕਿਹਾ ਅਸੀਂ ਕਰਨਾ ਹੀ ਕਰਨਾ ਹੈ। ਨੰਬਰ 2 ਦੇ ਉੱਤੇ ਅਨਹਦ ਸ਼ਬਦ ਦੇ ਉੱਤੇ, ਕਹਿੰਦੇ ਤੇ ਜੀ ਨਾਮ 'ਤੇ ਭਰੋਸਾ ਕਰਨਾ ਹੈ। ਵਾਹਿਗੁਰੂ ਗੁਰਮੰਤਰ ਅਤੇ ਨਾਮ, ਉਸ ਤੋਂ ਅੱਗੇ ਤੁਸੀਂ ਭਰੋਸਾ ਕਰਨਾ ਇਹਦੇ 'ਤੇ। ਕਿਹਦੇ 'ਤੇ ਕਰਨਾ ਜੀ? ਇਹਦੇ 'ਤੇ ਕਰਨਾ, ਇਹਦੇ 'ਤੇ। ਇੰਨਾ ਭਰੋਸਾ ਕਰ ਲਓ, ਮੇਰਾ ਖਿਆਲ ਹੈ ਵੀ ਜਿਨ੍ਹਾਂ ਦਾ ਪੂਰਨ ਭਰੋਸਾ ਇੱਥੇ ਹੋ ਜਾਏ ਅਤੇ ਮਾਲਕ ਫਿਰ ਦੇਰ ਨਹੀਂ ਲਾਉਂਦਾ ਸਾਹਮਣੇ ਆਉਣ ਨੂੰ। ਭਰੋਸਾ ਬਣਾਓ। ਮੈਂ ਇੱਕ ਨੂੰ ਸੁਣਿਆ ਜੀ, ਮੈਂ ਆਪਣੀ ਜ਼ਿੰਦਗੀ 'ਚ ਸੁਣੇ, ਪਹਿਲਾਂ ਮੈਂ ਥੋੜ੍ਹੇ ਬਹੁਤ ਸੁਣ ਲੈਂਦਾ ਸੀ, ਜਦੋਂ ਮੈਨੂੰ ਪਤਾ ਲੱਗਿਆ ਵੀ ਇਦੋਂ ਪਰੇ ਕੋਈ ਦੱਸ ਨਹੀਂ ਸਕਦਾ, ਮੇਰੇ ਮਨ ਨੇ ਮੰਨ ਲਿਆ ਅਤੇ ਮੈਂ ਦੂਸਰੇ ਨੂੰ ਸੁਣਿਆ ਹੀ ਨਹੀਂ। ਮੈਂ ਦੂਸਰੇ ਨੂੰ ਕਦੀ ਨਹੀਂ ਸੁਣਿਆ, ਕਿਉਂਕਿ ਮੇਰਾ ਮਨ ਮੰਨ ਗਿਆ ਵੀ ਜੋ ਜਿਹਨੂੰ ਮੈਂ ਸੁਣਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਬੜਾ ਸੋਹਣਾ ਸਮਝਾ ਰਹੇ ਨੇ, ਇਦੋਂ ਪਰੇ ਨਹੀਂ ਕੋਈ ਸਮਝਾ ਰਿਹਾ, ਅਤੇ ਮੈਂ ਦੂਸਰੇ ਨੂੰ ਸੁਣਿਆ ਹੀ ਨਹੀਂ। ਠੀਕ ਹੈ ਜੀ? ਅਤੇ ਮੇਰੀ ਤੁਹਾਨੂੰ ਵੀ ਬੇਨਤੀ ਹੈ, ਠੀਕ ਹੈ ਨਾ, ਜਿੱਥੇ ਮਨ ਬਣ ਜੇ ਉੱਥੇ ਸੁਣੋ। ਉੱਥੇ ਤੁਸੀਂ ਸਾਡੇ ਕੋਲ ਆਉਂਦੇ ਹੋ, ਜੇ ਨਹੀਂ ਮਨ ਵੱਜਦਾ ਤਾਂ ਤੁਸੀਂ ਸਾਨੂੰ ਨਾ ਸੁਣੋ, ਤੁਸੀਂ ਉਹਨੂੰ ਸੁਣੋ ਜਿਹਦੇ 'ਤੇ ਤੁਹਾਡਾ ਮਨ ਮੰਨ ਗਿਆ ਵੀ ਹਾਂ ਵੀ ਆਹ ਠੀਕ ਹੈ। ਅਤੇ ਜਦੋਂ ਅਸੀਂ ਬਾਰ ਸਾਰਿਆਂ ਨੂੰ ਸੁਣਦੇ ਹਾਂ, ਇੱਕੋ ਗੱਲ ਸਮਝਾਉਣੀ ਹੋਵੇ, ਮੈਂ ਕੁਛ ਕਹੂੰਗਾ, ਦੂਸਰਾ ਕੁਛ ਕਹੇਗਾ, ਤੀਸਰਾ ਕੁਛ ਕਹੇਗਾ। ਇਸ ਕਰਕੇ ਆਪਾਂ ਸਾਰੇ ਗੁਰਮੁਖਾਂ ਨੂੰ, ਜਿੰਨੇ ਬੱਚੇ ਇੱਥੋਂ ਪ੍ਰਚਾਰਕ ਹੋ ਰਹੇ ਨੇ ਤਿਆਰ, ਉਹਨਾਂ ਨੂੰ ਕਿਹਾ ਵੀ ਨਾ, ਸਾਰਿਆਂ ਦੀ ਇੱਕੋ ਹੀ ਗੱਲ ਹੋਵੇ, ਸਾਰਿਆਂ ਦੀ ਇੱਕੋ ਗੱਲ ਹੋਵੇ। ਇਹ ਨਾ ਹੋਵੇ ਵੀ ਮੈਂ ਇੱਥੇ ਕੁਛ ਕਹੀ ਜਾਵਾਂ ਅਤੇ ਤੁਸੀਂ ਬਾਹਰ ਪ੍ਰਚਾਰ ਕਰਦੇ ਸੰਗਤ ਨੂੰ ਡਬਲ ਮਾਈਂਡ ਕਰਦੇ ਰਹੋ। ਨਾ, ਇੱਧਰ ਆਪਾਂ ਮਿਹਨਤ ਕਰੀਏ ਵੀ ਸਾਰੇ ਇੱਕ ਨਾਲ ਜੁੜੋ ਜੀ, ਸਾਰੇ ਇੱਕ ਨਾਲ ਜੁੜੋ, ਅਤੇ ਉਹ ਬਾਹਰ ਜਾ ਕੇ ਕੁਛ ਹੋਰ ਕਹਿ ਦੇਵੇ। ਨਾ, ਇਸ ਤਰ੍ਹਾਂ ਦੇ ਬੱਚੇ ਆਪਾਂ ਤਿਆਰ ਕਰ ਰਹੇ ਹਾਂ, ਜਿਹੜੇ ਦੁਨੀਆ 'ਤੇ ਹੁਣ ਮਾਲਕ ਦੀ ਕਿਰਪਾ ਦੇ ਨਾਲ ਪ੍ਰਚਾਰ ਵਿੱਚ ਜੁਟੇ ਹੋਏ ਨੇ, ਆਪੋ ਆਪਣੀਆਂ ਡਿਊਟੀਆਂ ਕਰਦੇ ਨੇ। ਦੇਖ ਲਓ, ਕਈ ਬੱਚੇ ਇਹੋ ਜਿਹੇ ਜਿਹੜੇ ਮੈਨੂੰ ਹਜੇ ਤੱਕ ਮਿਲੇ ਨਹੀਂ, ਵਿਚਾਰੇ ਡਿਊਟੀ ਕਰਦੇ ਆ। ਕਿਹਦੇ ਕਰਕੇ? ਮਹਾਰਾਜ ਜੀ ਦੀ ਬਾਣੀ ਕਰਕੇ, ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਗੁਰੂ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦਾ ਰਸਤਾ ਦੱਸ ਰਹੀ ਆ, ਵੀ ਉਹ ਪ੍ਰਚਾਰ
ਸਾਰੇ ਧਰਮਾਂ ਨੂੰ, ਸਾਰੀਆਂ ਕੌਮਾਂ ਨੂੰ ਉਹ ਗਿਆਨ ਮਿਲ ਜੇ ਅਤੇ ਸਾਰੀ ਦੁਨੀਆ ਇੱਕ ਹੋ ਜੇ, ਸਾਰੀ ਦੁਨੀਆ ਇੱਕ ਹੋ ਜੇ। ਇਹ ਵਾਹਿਗੁਰੂ ਬਿਲਕੁਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੈ ਵੀ ਹਰ ਇੱਕ ਬੰਦਾ ਜਿਹੜਾ ਮਾੜਾ ਮੋਟਾ ਗਿਆਨ ਰੱਖਦਾ ਹੋਏਗਾ, ਉਹ ਕਹਿੰਦੇ ਪਾਰ ਬ੍ਰਹਮ ਆਪ ਹੀ ਬਣੇਗਾ। ਉਹ ਕਹੇਗਾ ਮੈਂ ਹੀ ਹਾਂ ਪਾਰ ਬ੍ਰਹਮ, ਅਤੇ ਤੁਸੀਂ ਦੇਖੋ ਬਣ ਰਹੇ ਆ ਨਾ। ਕੋਈ ਇੱਕ ਦੇ ਮਗਰ ਇੱਕ ਦੀ ਪੂਜਾ ਨਹੀਂ ਕਰੇਗਾ, ਸਾਰੇ ਆਪੋ ਆਪਣੀ ਕਰਾਉਣਗੇ। ਇਹ ਗੁਰੂ ਮਹਾਰਾਜ ਨੇ ਦੱਸਿਆ ਜੀ ਦਸਮ ਗ੍ਰੰਥ ਦੇ ਵਿੱਚ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਅਤੇ ਫਿਰ ਉਹ ਹਾਲਾਤ, ਉਹ ਸਮਾਂ ਚੱਲਦਾ ਪਿਆ। ਆਪਾਂ ਸਿਰਫ ਭਗਤੀ ਕਰਕੇ ਮਾਲਕ ਦੇ ਵਿੱਚ ਸਮਾਉਣਾ ਹੈ। ਦੁਨਿਆਵੀ ਵਾਦ ਵਿਵਾਦ ਵਿੱਚ ਨਹੀਂ ਪੈਣਾ। ਵਾਦ ਵਿਵਾਦ ਦੇ ਵਿੱਚ ਫੁਰਨੇ ਬਹੁਤ ਬਣਦੇ ਆ, ਵਿਚਾਰ ਬਹੁਤ ਬਣਦੇ ਆ, ਅਤੇ ਵਿਵਾਦਾਂ ਵਿੱਚ ਪੈ ਜਾਵਾਂਗੇ, ਪ੍ਰਭੂ ਮਿਲਾਪ ਨਾ ਹੋਇਆ ਤਾਂ ਬਾਜੀ ਹਾਰ ਜਾਵਾਂਗੇ। ਇਸ ਕਰਕੇ ਵਾਦ ਵਿਵਾਦ 'ਚ ਨਹੀਂ ਪੈਣਾ। ਕੌਣ ਕੀ ਕਰਦਾ ਹੈ, ਕੌਣ ਕੀ ਨਹੀਂ ਕਰਦਾ। ਤੁਸੀਂ ਇਹ ਦੇਖੋ ਮੈਂ ਕੀ ਕਰਦਾ, ਆਪਦੇ ਆਪ ਨੂੰ ਚੈੱਕ ਕਰੋ ਅੰਦਰ ਵੀ ਮੈਂ ਕੀ ਕਰਦਾ, ਮੈਂ ਕਿੱਥੇ ਖੜ੍ਹਾ। ਮੈਂ ਮਾਲਿਕ ਨੂੰ ਮਿਲਾਂ, ਮੈਂ ਮਾਲਿਕ ਨੂੰ ਮਿਲਾਂ। ਉਹ ਦਿਨ ਛੇਤੀ ਆਵੇ, ਮੇਰਾ ਪ੍ਰਭੂ ਮਿਲਾਪ ਹੋ ਜੇ। ਅਤੇ ਬੇਨਤੀ ਕਰੋ, ਕਰ ਮਿੰਨਤ ਕਰ ਦੋਦੜੀ, ਮੈਂ ਪ੍ਰਭ ਮਿਲਣੇ ਕਾ ਚਾਹੋ। ਸੱਚੇ ਪਾਤਸ਼ਾਹ ਮੈਨੂੰ ਚਾਅ ਪੈਦਾ ਹੋ ਗਿਆ ਸੰਗਤ ਵਿੱਚ ਆ ਕੇ, ਮੈਂ ਹੁਣ ਮਿਹਨਤ ਕਰਦਾ, ਅਰਦਾਸ ਕਰਦਾ, ਸੱਚੇ ਪਾਤਸ਼ਾਹ ਮੈਨੂੰ ਵੀ ਮਿਲਾ ਦੇ। ਇਹ ਰਿਕੁਐਸਟ ਪਾਓ ਮਾਲਕ ਨੂੰ, ਅਤੇ ਦੁਨੀਆ ਵੱਲ ਨਾ ਦੇਖੋ ਕੌਣ ਕੀ ਕਰਦਾ, ਕੌਣ ਕੀ ਕਰਦਾ। ਤੁਸੀਂ ਮਾਲਕ ਨਾਲ ਮਿਲਾਪ ਕਰ ਲਿਆ, ਤੁਸੀਂ ਮਾਲਕ ਦੇ ਗੁਣ ਗਾਓਗੇ, ਇੱਕ ਦਿਨ ਦੁਨੀਆ 'ਤੇ ਤੁਸੀਂ ਸੈਲੀਬ੍ਰਿਟੀ ਹੋਵੋਗੇ। ਤੁਹਾਨੂੰ ਮੰਗ ਹੋਏਗੀ ਤੁਹਾਡੀ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤੁਸੀਂ ਸੱਚ ਦੇ ਮਾਰਗ 'ਤੇ ਚੱਲੇ ਹੋਏ ਹੋ ਅਤੇ ਚੱਲਦੇ ਰਹੋ, ਸਿਮਰਨ ਨਾ ਛੱਡਿਓ। ਆਨੇ ਸ਼ਬਦ ਨਾਲ ਸੁਣ ਸੁਣ ਕੇ ਪਿਆਰ ਵਧਾਓ, ਮਾਲਕ ਨਾਲ ਦੇਖ ਦੇਖ ਕੇ ਪਿਆਰ ਵਧਾਓ, ਅਤੇ ਮਾਲਕ ਤੁਹਾਨੂੰ ਉਹ ਅਗਲੀਆਂ ਜਿਹੜੀਆਂ ਬਰੀਕੀਆਂ ਨੇ ਸੂਖਮ ਦੀਆਂ, ਉਹ ਜਨਾਉਣੀਆਂ ਸ਼ੁਰੂ ਕਰੇਗਾ। ਉਹ ਬਰੀਕੀਆਂ ਕਦੋਂ ਜਨਾਉਂਦਾ? ਜਦੋਂ ਅਸੀਂ ਸੂਖਮ ਰੂਪ ਹੋ ਜਾਂਦੇ ਹਾਂ। ਜਦੋਂ ਅਸੀਂ ਸੂਖਮ ਰੂਪ ਹੋ ਜਾਂਦੇ, ਅਤੇ ਸੂਖਮ ਰੂਪ ਆਪਾਂ ਕਦੋਂ ਹੁੰਦੇ ਹਾਂ? ਜਦੋਂ ਸੌਂ ਜਾਂਦੇ, ਜਦੋਂ ਸੌਂ ਜਾਂਦੇ ਹਾਂ। ਆਹ ਸਰੀਰ ਭੁੱਲ ਜਾਂਦੇ ਨਾ ਦ੍ਰਿਸ਼ਮਾਨ, ਅਤੇ ਉਦੋਂ ਕੀ ਰਹਿ ਜਾਂਦੇ ਆਪਾਂ? ਮਨ ਤਾਂ ਸੌਂਦਾ ਨਹੀਂ, ਮਨ ਤਾਂ ਰੈਸਟ ਕਰਦਾ ਹੀ ਨਹੀਂ, ਠੀਕ ਹੈ ਨਹੀਂ ਜੀ। ਮਨ ਤਾਂ ਸੁੱਤਿਆਂ ਪਿਆ ਵੀ ਤੁਰਿਆ ਫਿਰਦਾ ਰਹਿੰਦਾ, ਠੀਕ ਹੈ ਨਹੀਂ। ਅਤੇ ਉਦੋਂ ਅਸੀਂ ਸਾਰੇ ਜਦੋਂ ਇੱਧਰੋਂ ਆਪਾਂ ਕਹਿੰਦੇ ਹਾਂ ਵੀ ਆ ਸਿੰਘ ਪਿਆ ਸੁੱਤਾ ਪਿਆ ਨੂੰ ਉਠਾਓ ਨਾ, ਉਦੋਂ ਉਹ ਸੂਖਮ ਰੂਪ ਹੋਇਆ ਹੁੰਦਾ। ਮਤਲਬ ਮੇਰਾ ਕਹਿਣ ਦਾ ਕਿ ਸੁਪਨਾ ਚੱਲੇ, ਸੁੱਤਿਆਂ ਪਿਆ ਕੌਣ ਮਿਲਦਾ ਤੁਹਾਨੂੰ, ਕੀ ਗੱਲ ਕਰਦਾ ਤੁਹਾਡੇ ਨਾਲ, ਉਹ ਸਾਰਾ ਤੁਹਾਨੂੰ ਚੇਤਾ ਰਹੇ। ਉਹ ਭੁੱਲ ਜਾਂਦਾ ਨਾ ਹੁਣ। ਫਿਰ ਹੌਲੀ ਹੌਲੀ ਜਦੋਂ ਤੁਸੀਂ ਜਾਗਤ ਅਵਸਥਾ 'ਚ ਜਾਓਗੇ, ਸ਼ਬਦ ਵਿੱਚ ਧਿਆਨ ਲਾ ਕੇ ਜਾਇਆ ਕਰੋਗੇ, ਤਾਂ ਤੁਹਾਨੂੰ ਹੌਲੀ ਹੌਲੀ ਉੱਧਰਲਾ ਚੇਤਾ ਰਹਿਣਾ ਸ਼ੁਰੂ ਹੋ ਜਾਏਗਾ। ਫਿਰ ਆਣ ਕੇ ਦੱਸਿਆ ਕਰੋ ਵੀ ਕੌਣ ਮਿਲਿਆ। ਉਹਨੂੰ ਕਹਿੰਦੇ ਨੇ ਸੁੰਨ ਵਿੱਚ ਮਿਲਣਾ। ਕੀ ਕਹਿੰਦੇ ਆ? ਸੁੰਨ ਵਿੱਚ ਮਿਲਣਾ, ਇਕੱਠੇ ਹੋਣਾ। ਫਿਰ ਉਸ ਤੋਂ ਅੱਗੇ ਵੀ ਆ, ਉਸ ਤੋਂ ਉੱਪਰਲਾ ਖੇਲ ਇੱਕ ਹੋਰ ਆ, ਪਰੇ ਤੋਂ ਪਰੇ ਆ ਨਾ ਖੇਡ ਮਾਲਕ ਦਾ। ਅਤੇ ਆਪਾਂ ਹੁਣ ਸਰੀਰ ਵਿੱਚ ਹਾਂ। ਆਪਣਾ ਜਿਹੜਾ ਕੰਮ ਆ ਮੇਨ, ਉਹ ਮੈਂ ਪਹਿਲਾਂ ਦੱਸਤਾ, ਦੁਬਾਰਾ ਫਿਰ ਮੈਂ ਰਿਪੀਟ ਕਰ ਦਿੰਦਾ। ਗੁਰਮੰਤਰ ਦ੍ਰਿੜ ਕਰਨਾ ਸਾਡਾ ਕੰਮ, ਸ਼ਬਦਾਂ ਵਿੱਚ ਧਿਆਨ ਲਾਉਣਾ, ਵੱਧ ਸਮਾਂ ਦੇਣਾ ਸਾਡਾ ਕੰਮ ਆ, ਔਰ ਮਾਲਕ ਨੂੰ ਦੇਖਣ ਵਾਲੀ ਦ੍ਰਿਸ਼ਟੀ ਬਣਾ ਕੇ, ਅੱਖ ਬਣਾ ਕੇ ਦੇਖੀ ਜਾਣਾ, ਇਹ ਸਾਡਾ ਮੇਨ ਕੰਮ ਆ। ਇਹਦੇ ਵਿੱਚ ਸਮਾਉਣਾ ਹੈ, ਇਹਦੇ ਵਿੱਚ ਸਮਾਉਣਾ ਹੈ, ਦੇਖ ਦੇਖ ਕੇ ਸਮਾਉਣਾ। ਆਓ ਗੁਰਮੁਖ ਪਿਆਰਿਓ, ਇਹ ਅਵਸਥਾ ਬਣਾਉਣ ਵਾਸਤੇ ਆਪਾਂ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਨਾ। ਵਾਹਿਗੁਰੂ ਗੁਰਮੰਤਰ ਦ੍ਰਿੜ ਕਰਦਿਆਂ ਹੋਇਆਂ ਕਈ ਗੁਰਮੁਖ ਕਹਿੰਦੇ ਜੀ ਸਾਹ ਖਿੱਚ ਕੇ ਕਰਨਾ। ਬਿਲਕੁਲ ਨਹੀਂ ਸਾਹ ਖਿੱਚਣਾ। ਨੋਰਮਲ ਜਿਵੇਂ ਆਪਾਂ ਗੱਲਾਂ ਕਰਦੇ ਹਾਂ, ਜਿਵੇਂ ਹੁਣ ਮੈਂ ਲਗਾਤਾਰ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਮੈਂ ਸਾਹ ਖਿੱਚ ਖਿੱਚ ਕੇ ਤਾਂ ਨਹੀਂ ਗੱਲਾਂ ਕਰਦਾ, ਜਾਂ ਤੁਸੀਂ ਸਾਹ ਖਿੱਚ ਖਿੱਚ ਕੇ ਨਹੀਂ ਲੈ ਰਹੇ। ਇਸੇ ਤਰ੍ਹਾਂ ਨੋਰਮਲ ਜਿਵੇਂ ਆਪਾਂ ਬੋਲ ਰਹੇ ਹਾਂ, ਐਂ ਹੀ ਬੋਲਣਾ। ਵਾਹ, ਤੁਹਾਨੂੰ ਸੁਣ ਲੈਣਾ, ਉਹਨੂੰ ਵਾਹੇ ਬੋਲ ਕੇ ਵਾਹੇ ਸੁਣ ਲੈਣਾ।
इस तरह नॉर्मल बोलना गुरु तो गुरु सुन लेना, ठीक है जी। वाह गुरु इस तरह कई गुरमुख कहते जी वाहे कहने तो पेट बाहर नूं आउंदा, पेट बाहर नूं आउंदा जे साह अंदर ले जाने। मैं जी ये उल्ट क्रिया है, ये खेल उल्टा उल्टा खेल खसम का, उल्टी गंग समुंद समावे। ऊँ असी साह भरांगे तो पेट फुलेगा, तो जदों असी वाहे बोलन सार ही पेट नूं हल्का जिहा पिछे करांगे फिर पेट फलावट च नहीं आएगा, वो साह छड्डन लगे आएगा। आ देखो ना, वाहे बोलन सार ही महसूस करना नाभि तो थोड़ा जिहा पिछे नूं इधर नूं रीढ़ की हड्डी वाले पास महसूस करना हल्का जिहा। आ देखो इत्थों बोलना शुरू किया, बोलन सार ही महसूस कर लेना है वाह, तो रुक जाना है, फिर कहना गुरु वाह गुरु। जे इहनूं हुण भरांगे वाह फिर ढिड फुलेगा, ठीक है ना, साह नूं भरांगे है ना, तो ये तो आप सुरती नाल करना, ठीक है ना। हाँ जी, सारे गुरमुख नेत्र बंद कर लो जी, शरीर नूं ढिला अखां नूं ढिला रखना, करो शुरू। वाह गुरु 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 गुरु वाह 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 गुरु
ਵਾਹਿਗੁਰੂ 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 ਵਾਹਿਗੁਰੂ